ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਮੇਰ ਕਰੋ ਤ੍ਰਿਣ ਤੇ ਮੁਹਿ ਜਾਹੇ ਗਰੀਬ ਨਿਵਾਜ ਨਾ ਦੂਸਰ ਤੋਸੋ ਭੂਲ ਛਿਮੋ ਹਮਰੀ ਪ੍ਰਭ ਆਪ ਨਾ ਭੂਲਣ ਹਾਰ ਕਹੂੰ ਕੋ ਮੁਸੋ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਇ ਅੰਧ ਲਖੈ ਬਦਰਉ ਸੁਣੈ ਜੋ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਿਹੁ ਨ ਕਿਨਹੋ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਿਹੁ ਨ ਕਿਨਹੋ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਲੋਕ ਪਰਲੋਕ ਕੇ ਰਖਿਅਕ 10 ਗੁਰੂ ਸਾਹਿਬਾਨਾਂ ਦੀ ਪ੍ਰਤੱਖ ਜੋਤ ਸ਼ਬਦ ਗੁਰੂ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਹੋਇਆ ਹੈ। ਸਾਰੀ ਹੀ ਸੰਗਤ ਵਡਭਾਗੇ ਹਾਂ ਜੋ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਪਵਿੱਤਰ ਨਿਤਨੇਮ ਦੀਆਂ ਗੁਰਬਾਣੀਆਂ ਦਾ ਪਾਠ ਹੋਇਆ ਹੈ ਅਤੇ ਹੁਣ ਸਮਾਂ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਉਸ ਦਾ ਸਮਾਂ ਹੋਇਆ ਹੈ। ਸਾਰੀ ਹੀ ਸੰਗਤ ਬੜੇ ਨਿਮਰਤਾ ਸਹਿਤ ਗੁਰੂ ਦੇ ਦੁਆਰੇ ਉੱਤੇ ਪਹੁੰਚ ਕਰਕੇ ਤੇ ਸਤਿਗੁਰਾਂ ਦਾ ਹਰ ਜਸ ਕਥਾ ਵਿਚਾਰਾਂ ਸਰਵਣ ਕਰੀਏ। ਸਾਧ ਸੰਗਤ ਜੋ ਪਿਛਲੇ ਦਿਨਾਂ ਦੇ ਅੰਦਰ ਜੋ ਪਵਿੱਤਰ ਗੁਰਬਾਣੀ ਸੋਦਰ ਰਹਿਰਾ ਸਾਹਿਬ ਤਿਸ ਦੀ ਕਥਾ ਵਿਚਾਰ ਸੰਪੂਰਨ ਹੋਈ ਸੀ। ਜੋ ਕੱਲ੍ਹ ਤੋਂ ਆਪਾਂ ਨੇ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਜੋ ਸਤਿਗੁਰਾਂ ਦੀ ਪਵਿੱਤਰ ਬਾਣੀ ਬਚਿੱਤਰ ਨਾਟਕ ਹੈ ਤੇ ਇਸ ਨੂੰ ਆਪਾਂ ਪ੍ਰਾਰੰਭ ਕੀਤਾ ਸੀ। ਕੱਲ੍ਹ ਦੇ ਦੀਵਾਨਾਂ ਦੇ ਅੰਦਰ ਜੋ ਇਸ ਸੰਪੂਰਨ ਬਾਣੀ ਦੇ 14 ਅਧਿਆਏ ਹਨ ਉਹਨਾਂ ਦੇ ਵਿੱਚੋਂ
ਕੱਲ ਪਹਿਲੇ ਅਧਿਆਏ ਨੂੰ ਆਪਾਂ ਸਰਵਣ ਕੀਤਾ ਸੀ ਸੰਖੇਪ ਰੂਪ ਦੇ ਅੰਦਰ, ਜਿਸ ਵਿੱਚ ਸਤਿਗੁਰਾਂ ਨੇ ਉਸ ਪਰਮੇਸ਼ਰ ਦੇ ਮਹਾਕਾਲ ਸਰੂਪ ਦਾ ਵਰਣਨ ਕੀਤਾ, ਪਰਮੇਸ਼ਰ ਨੂੰ ਨਮਸਕਾਰ ਕੀਤੀ, ਪਰਮੇਸ਼ਰ ਦੀ ਜੋ ਸ਼ਕਤੀ, ਜੋ ਕਿਰਪਾਨ ਹੈ ਅਤੇ ਜੋ ਸ਼ਸਤਰ ਹਨ ਉਹਨਾਂ ਨੂੰ ਸਤਿਗੁਰਾਂ ਨੇ ਨਮਸਕਾਰ ਕਰਦੇ ਹੋਏ, ਅਤੇ ਜੋ ਪਰਮੇਸ਼ਰ ਦਾ ਜੋ ਮਹਾਕਾਲ ਸਰੂਪ ਜਿਹੜਾ ਸਾਰਿਆਂ ਦਾ ਕਾਲ ਕਰ ਦੇਣ ਵਾਲਾ, ਸਾਰਿਆਂ ਦਾ ਖਾਤਮਾ ਕਰਨ ਵਾਲਾ ਉਸ ਸਰੂਪ ਨੂੰ ਪ੍ਰਗਟ ਕੀਤਾ ਸਤਿਗੁਰਾਂ ਨੇ, ਕਿ ਜਿਸ ਪ੍ਰਕਾਰ ਨਾਲ ਰਾਮ ਵਰਗੇ ਵੱਡੇ ਵੱਡੇ ਅਵਤਾਰ, ਕ੍ਰਿਸ਼ਨ ਵਰਗੇ ਅਵਤਾਰ ਇਸ ਦੁਨੀਆ ਤੇ ਆਏ, ਪਰ ਕਾਲ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ, ਉਹ ਵੀ ਅੰਤ ਸਮੇਂ ਇਸ ਦੁਨੀਆ ਤੋਂ ਚਲੇ ਗਏ। ਵੱਡੇ ਵੱਡੇ ਰਾਜੇ ਅਤੇ ਜਿਤਨੇ ਵੀ ਇਸ ਸੰਸਾਰ ਅੰਦਰ ਹੋਏ, ਅਤੇ ਸਤਿਗੁਰੂ ਕਹਿੰਦੇ ਵੀ ਜਿਹੜੇ ਹੋਣਗੇ ਸਾਰੇ ਹੀ ਉਸ ਕਾਲ ਦੇ ਵਸ ਹਨ, ਅੰਤ ਨੂੰ ਸਾਰੇ ਹੀ ਕਾਲ ਦੇ ਵਸ ਪੈ ਜਾਣਗੇ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਅਤੇ ਅੱਜ ਜੋ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਦੂਸਰੇ ਅਧਿਆਏ ਨੂੰ ਆਪਾਂ ਪ੍ਰਾਰੰਭ ਕਰਨਾ ਹੈ। ਇਸ ਦੇ ਅੰਦਰ ਜੋ ਸਤਿਗੁਰਾਂ ਨੇ ਆਪਣੀ ਜਿਹੜੀ ਸੋਢ ਵੰਸ਼ ਅਤੇ ਜੋ ਬੇਦੀ ਵੰਸ਼ ਹੈ, ਸੂਰਜ ਵੰਸ਼ ਆਦਿਕ, ਤਿੰਨਾਂ ਨੂੰ ਸਤਿਗੁਰਾਂ ਨੇ ਖੋਲ ਕੇ ਵਰਣਨ ਕੀਤਾ ਹੈ ਕਿ ਇਸ ਦਾ ਆਰੰਭ ਕਿੱਥੋਂ ਹੋਇਆ ਸੀ, ਇਸ ਸੋਢੀ ਕੁਲ ਦੇ ਅੰਦਰ ਪਹਿਲਾ ਰਾਜਾ ਕੌਣ ਹੋਇਆ, ਅਤੇ ਇਸ ਪ੍ਰਕਾਰ ਬੇਦੀ ਕੁਲ ਕਿਸ ਤਰੀਕੇ ਨਾਲ ਆਰੰਭ ਹੋਈ ਚੱਲੀ, ਉਹ ਸਤਿਗੁਰਾਂ ਨੇ ਅੱਜ ਇਸ ਅਧਿਆਏ ਅੰਦਰ ਬਖਸ਼ਿਸ਼ ਕੀਤੀ ਹੈ। ਜਿਵੇਂ ਕੱਲ ਪਹਿਲੇ ਅਧਿਆਏ ਦੇ ਅੰਦਰ ਜੋ 101ਵਾਂ ਆਖੀਰਲਾ ਸ਼ਲੋਕ, ਅਖੀਰਲੀ ਪੌੜੀ ਸੀ, ਉਸ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਨਾ ਕਾਲ ਕਿਰਪਾਨ ਬਿਨਾ ਬਿਨਤੀ, ਨਾ ਤਉ ਤੁਮ ਕੋ ਪ੍ਰਭ ਨੈ ਕਰੀਜੈ ਹੈ। ਉਸ ਪਰਮੇਸ਼ਰ ਨੂੰ ਬਿਨਾਂ ਬੇਨਤੀਆਂ ਕੀਤਿਆਂ ਤੋਂ ਕੋਈ ਵੀ ਯਤਨ ਕੀਤਾ ਜਾਵੇ ਤਾਂ ਉਹ ਪਰਮੇਸ਼ਰ ਪ੍ਰਸੰਨ ਨਹੀਂ ਹੋਏਗਾ। ਕੇਵਲ ਤਾਂ ਕੇਵਲ ਪਰਮੇਸ਼ਰ ਅੱਗੇ ਨਿਮਰ ਭਾਵ ਹੋ ਕਰਕੇ ਤੇ ਬੇਨਤੀ ਕਰਨ ਦੇ ਨਾਲ ਹੀ ਉਹ ਪਰਮੇਸ਼ਰ ਪ੍ਰਸੰਨ ਰੀਝਦਾ ਹੈ। ਇਸੇ ਤਰੀਕੇ ਨਾਲ ਸਤਿਗੁਰਾਂ ਨੇ ਇਹ ਦੂਸਰੇ ਅਧਿਆਏ ਨੂੰ ਆਰੰਭ ਕਰਨ ਤੋਂ ਪਹਿਲਾਂ, ਇਹ ਆਪਣੀ ਕਥਾ ਜਿਹੜੀ ਸੋਢ ਵੰਸ਼ ਦੀ ਆਰੰਭ ਕਰਨ ਤੋਂ ਪਹਿਲਾਂ ਉਸ ਪਰਮੇਸ਼ਰ ਅੱਗੇ ਨਿਮਰਤ ਭਾਵ ਹੋ ਕਰਕੇ ਬੇਨਤੀਆਂ ਕੀਤੀਆਂ ਹਨ। ਜਿਸ ਪ੍ਰਕਾਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਆਪਾਂ ਬੜੇ ਪ੍ਰੇਮ ਸਹਿਤ ਸਰਵਣ ਕਰੀਏ। ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੁਮਰੀ ਮਹਿਮਾ ਅਪਰ ਅਪਾਰਾ। ਸਤਿਗੁਰੂ ਸਾਹਿਬ ਫਰਮਾ ਰਹੇ ਹਨ ਕਿ ਹੇ ਪਰਮੇਸ਼ਰ, ਤੁਹਾਡੀ ਜਿਹੜੀ ਮਹਿਮਾ ਵਡਿਆਈ ਹੈ ਉਹ ਅਪਰ ਅਪਾਰਾ, ਉਸ ਦਾ ਕੋਈ ਪਾਰਾਵਾਰ ਹੀ ਨਹੀਂ, ਬਹੁਤ ਹੀ ਬੇਅੰਤ ਹੈ ਤੁਹਾਡੀ ਜਿਹੜੀ ਮਹਿਮਾ ਵਡਿਆਈ। ਜਾ ਕਾ ਲਹਿਓ ਨ ਕਿਨਹੋ ਪਾਰਾ। ਜਾ ਕਾ ਜਿਸ ਮਹਿਮਾ ਦਾ, ਜਿਸ ਵਡਿਆਈ ਦਾ, ਲਹਿਓ ਨਾ ਕਿਸੇ ਨੇ ਲਿਆ ਨਹੀਂ, ਪ੍ਰਾਪਤ ਨਹੀਂ ਕੀਤਾ, ਕਿਨਹੂ ਪਾਰਾ ਕੋਈ ਪਾਰਾਵਾਰ ਪਰਮੇਸ਼ਰ ਤੁਹਾਡੀ ਮਹਿਮਾ ਦਾ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਦੇਵ ਦੇਵ ਰਾਜਨ ਕੇ ਰਾਜਾ। ਇਹ ਪਰਮੇਸ਼ਰ ਤੂੰ ਦੇਵਤਿਆਂ ਦੇ ਸਿਰ ਤੇ ਵੱਡਾ ਮਹਾਦੇਵ ਹੈ, ਤੂੰ ਰਾਜਨ ਕੇ ਰਾਜਾ ਅਤੇ ਰਾਜਿਆਂ ਦੇ ਉੱਪਰ ਮਹਾਰਾਜਾ, ਸ੍ਰੇਸ਼ਟ ਰਾਜਾ ਰੂਪ ਹੈ ਪਰਮੇਸ਼ਰ। ਦੀਨ ਦਿਆਲ ਗਰੀਬ ਨਿਵਾਜਾ। ਪਰਮੇਸ਼ਰ ਤੂੰ ਦੀਨਾਂ ਉੱਤੇ ਦਇਆਲਤਾ ਕਰਨ ਵਾਲਾ ਦੀਨ ਦਿਆਲ ਹੈ, ਗਰੀਬ ਨਿਵਾਜਾ, ਅਤੇ ਪਰਮੇਸ਼ਰ ਤੂੰ ਗਰੀਬਾਂ ਨੂੰ ਨਿਵਾਜਣ ਵਾਲਾ ਐਸਾ ਬੇਅੰਤ ਹੈ। ਦੋਹਰਾ ਮੂਕ ਉਚਰੇ ਸ਼ਾਸਤਰ ਖੱਟ। ਸਤਿਗੁਰੂ ਇਸ ਦੋਹਰੇ ਅੰਦਰ ਅਖੀਰ ਦੇ ਉੱਪਰ ਫਰਮਾਉਂਦੇ ਹਨ, ਜੋ ਕਾਲ ਕਿਰਪਾ ਕਰਾਏ, ਕਿ ਜੇਕਰ ਉਸ ਪਰਮੇਸ਼ਰ ਦੀ ਕਾਲ, ਸਾਰਿਆਂ ਦੇ ਸਿਰ ਤੇ ਜੋ ਕਾਲ ਪਰਮੇਸ਼ਰ, ਜੇਕਰ ਉਹਦੀ ਕਿਰਪਾ ਹੋ ਜਾਵੇ, ਮੂਕ ਉਚਰੈ ਸ਼ਾਸਤਰ ਖੱਟ। ਜਿਹੜੇ ਮੂਰਖ ਗੂੰਗੇ ਹੁੰਦੇ ਹਨ, ਜਿਹੜੇ ਮਨ ਰੂਪੀ ਮੂਰਖ ਹੁੰਦੇ ਹਨ, ਮਨ ਤੋਂ ਗੂੰਗੇ ਹੁੰਦੇ ਹਨ, ਉਚਰੈ ਸ਼ਾਸਤਰ ਖੱਟ, ਤੇ ਉਹ ਖੱਟ ਸ਼ਾਸਤਰ, ਚਾਰ ਸ਼ਾਸਤਰਾਂ ਦੇ ਉਹ ਗਿਆਤਾ ਤੇ ਉਹਨਾਂ ਨੂੰ ਉਚਾਰਨ ਵਾਲੇ ਹੋ ਜਾਂਦੇ ਹਨ। ਇਸ ਪ੍ਰਕਾਰ ਜਿਨ੍ਹਾਂ ਦੀ ਜ਼ੁਬਾਨ ਨਹੀਂ ਉਹ ਬੋਲਣ ਲੱਗ ਜਾਂਦੇ ਹਨ, ਤੇ ਜਿਹੜੇ ਅਗਿਆਨੀ ਹੁੰਦੇ ਹਨ ਉਹ ਫਿਰ 6 ਸ਼ਾਸਤਰਾਂ ਦਾ ਵੀ ਗਿਆਨ ਪ੍ਰਾਪਤ ਕਰ ਲੈਂਦੇ ਹਨ। ਜਿਸ ਪ੍ਰਕਾਰ ਨਾਲ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਗੂੰਗੇ ਤੋਂ ਫਿਰ ਗੀਤਾ ਦੇ ਅਰਥ ਕਰਵਾਏ ਸੀ ਨਾ, ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ, ਜਿਸ ਤੇ ਉਹ ਕਾਲ ਪਰਮੇਸ਼ਰ ਕਿਰਪਾ ਕਰ ਦਵੇ। ਪਿੰਗ ਗਿਰਨ ਚੜ ਜਾਏ। ਪਿੰਗ ਜਿਹੜਾ ਪਿੰਗਲਾ ਹੈ ਪੈਰਾਂ ਤੋਂ, ਗਿਰਨ ਚੜ ਜਾਏ, ਉਹ
ਪਹਾੜ ਦੇ ਉੱਪਰ ਚੜ ਜਾਂਦਾ ਹੈ। ਇਸ ਪ੍ਰਕਾਰ ਜਿਹੜਾ ਸਾਧਨਾ ਰੂਪੀ ਜਿਸ ਦੇ ਪੈਰ ਨਹੀਂ ਹਨ, ਪਿੰਗਲਾ ਹੈ, ਉਸ ਨੂੰ ਪਰਮੇਸ਼ਰ ਬਖਸ਼ਿਸ਼ ਕਰਕੇ ਤੇ ਫਿਰ ਉੱਚੀਆਂ ਚੋਟੀਆਂ ਤੇ ਉੱਚੀਆਂ ਅਵਸਥਾ ਥਾਵਾਂ ਤੇ ਪਹੁੰਚਾ ਦਿੰਦੇ ਹਨ। ਅੰਧ ਲਖੈ ਬਦਰੋ ਸੁਨੈ, ਅੰਧ ਲਖੈ ਜਿਹੜੀਆਂ ਅੱਖਾਂ ਹੈ ਨਹੀਂ ਉਹ ਪ੍ਰਤੱਖ, ਲਖੈ ਉਹ ਦੇਖਣ ਲੱਗ ਪੈਂਦਾ ਹੈ। ਇਸ ਪ੍ਰਕਾਰ ਜਿਹਦੀਆਂ ਅੱਖਾਂ ਹੈ ਨਹੀਂ, ਪਰਮੇਸ਼ਰ ਨੂੰ ਦੇਖਣ ਵਾਲੀ ਅੱਖ ਨਹੀਂ ਜਿਹਦੇ ਪਾਸ, ਉਹ ਫਿਰ ਸਤਿਗੁਰਾਂ ਦੇ ਅਤੇ ਪਰਮੇਸ਼ਰ ਦੇ ਕਿਰਪਾ ਦੇ ਨਾਲ ਉਹ ਪਰਮੇਸ਼ਰ ਦੇ ਦਰਸ਼ਨ ਪਾ ਲੈਂਦਾ ਹੈ, ਉਸ ਨੂੰ ਦੇਖਣ ਲੱਗ ਜਾਂਦਾ ਹੈ। ਬਦਰੋ ਸੁਣੈ, ਤੇ ਜਿਹੜਾ ਬੋਲਾ ਹੁੰਦਾ ਹੈ ਨਾ, ਫਿਰ ਉਸ ਨੂੰ ਸੁਣਨ ਲੱਗ ਜਾਂਦਾ ਹੈ। ਇਸ ਪ੍ਰਕਾਰ ਦੁਨੀਆ ਦੇ ਅੰਦਰ ਵੀ ਉਸ ਨੂੰ ਦੁਨਿਆਵੀ ਆਵਾਜ਼ਾਂ ਵੀ ਸੁਣਨ ਲੱਗ ਜਾਂਦੀਆਂ ਹਨ ਬੋਲੇ ਨੂੰ, ਅਤੇ ਉਸ ਪਰਮੇਸ਼ਰ ਦੇ ਅਨਹਦ ਨਾਦ ਵੀ ਸੁਣਨ ਲੱਗ ਜਾਂਦੇ ਹਨ। ਜੋ ਕਾਲ ਕਿਰਪਾ ਕਰਾਏ, ਜੋ ਕਾਲ, ਜੇਕਰ ਉਹ ਕਾਲ ਜਿਹੜਾ ਪਰਮੇਸ਼ਰ ਉਹ ਕਿਰਪਾ ਕਰ ਦੇਵੇ ਤਾਂ ਹੀ ਇਹ ਹਰੇਕ ਚੀਜ਼ ਸੰਭਵ ਹੋ ਸਕਦੀ ਹੈ। ਸਤਿਗੁਰੂ ਫਰਮਾਉਂਦੇ ਹਨ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ। ਪਰਮੇਸ਼ਰ ਨੂੰ ਭਾ ਜਾਵੇ, ਜੇ ਉਸ ਦੀ ਕਿਰਪਾ ਹੋ ਜਾਵੇ ਤਾਂ ਪਰਮੇਸ਼ਰ ਬਿਨਾਂ ਸਾਵਾਂ ਤੋਂ ਵੀ ਇਸ ਜੀਵ ਨੂੰ ਜਿਉਂਦੇ ਰੱਖ ਸਕਦਾ ਹੈ। ਚੌਪਈ ਕਹਾ ਬੁੱਧ ਪ੍ਰਭ ਤੁਸ਼ ਹਮਾਰੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਿਮਰ ਭਾਵ ਹੋ ਕਰਕੇ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਹਨ ਕਿ ਕਹਾ ਬੁੱਧ ਪ੍ਰਭ ਤੁੱਛ ਹਮਾਰੀ। ਫੇ ਪਰਮੇਸ਼ਰ ਸਾਡੀ ਕਿੱਥੇ ਇੰਨੀ ਬੁੱਧੀ, ਤੁੱਛ ਮਾਤਰ ਬੁੱਧੀ, ਸਾਡੀ ਤਾਂ ਬਹੁਤ ਹੀ ਬਰੀਕ ਬੁੱਧ ਹੈ। ਵਰਨ ਸਕੇ ਮਹਿਮਾ ਜੋ ਐਸ ਤਿਹਾਰੀ, ਤੁੱਛ ਬੁੱਧੀ ਦੇ ਨਾਲ ਹੈ ਪਰਮੇਸ਼ਰ ਤੁਹਾਡੀ ਮਹਿਮਾ ਕਿਸ ਪ੍ਰਕਾਰ ਨਾਲ ਅਸੀਂ ਵਰਣਨ ਕਰ ਸਕਦੇ ਹਾਂ। ਵਰਨ ਸਕੈ ਮਹਿਮਾ ਜੋ ਤਿਹਾਰੀ, ਕਿ ਅਸੀਂ ਇਹ ਵਰਣਨ ਨਹੀਂ ਕਰ ਸਕਦੇ ਤੁਹਾਡੀ ਮਹਿਮਾ ਪਰਮੇਸ਼ਰ, ਤੁਹਾਡੀ ਵਡਿਆਈ ਨੂੰ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਹਮ ਨਾ ਸਕਤ ਅਸੀਂ ਨਹੀਂ ਕਰ ਸਕਦੇ ਹੈ ਪਰਮੇਸ਼ਰ ਸਿਫਤ ਤੁਮਾਰੀ, ਤੁਹਾਡੀ ਸਿਫਤ ਤੁਹਾਡੀ ਵਡਿਆਈ ਹੈ ਪਰਮੇਸ਼ਰ ਅਸੀਂ ਨਹੀਂ ਕਰ ਸਕਦੇ। ਆਪ ਲਿਹੋ ਤੁਮ ਕਥਾ ਸੁਧਾਰੀ, ਤੁਸੀਂ ਕਿਰਪਾ ਕਰੋ ਪਰਮੇਸ਼ਰ। ਜਿਹੜੀ ਇਹ ਕਥਾ ਸਤਿਗੁਰੂ ਸਾਹਿਬ ਫਰਮਾ ਰਹੇ ਕਿ ਅੱਗੇ ਜੋ ਕਥਾ ਹੁਣ ਮੈਂ ਵਰਣਨ ਕਰਨ ਲੱਗਾ ਹਾਂ, ਇਹ ਤੁਸੀਂ ਕਿਰਪਾ ਕਰੋ ਤੇ ਕਥਾ ਸੁਧਾਰ ਲਓ, ਤੁਸੀਂ ਆਪ ਕਿਰਪਾ ਕਰਕੇ ਇਹ ਕਰਵਾ ਲਵੋ। ਕਹਾ ਲਗੈ ਇਹ ਕੀਟ ਬਖਾਨੈ, ਸਤਿਗੁਰੂ ਸਾਹਿਬ ਨਿਮਰਤਾ ਭਾਵ ਹੋ ਕਰਕੇ ਫਰਮਾਉਂਦੇ ਹਨ, ਕਹਾ ਲਖੈ ਕਿੱਥੇ ਤੁਹਾਡੀ ਲਖਿਆਤਾ ਪਾ ਸਕਦਾ ਇਹੋ ਕੀਟ ਬਖਾਨਾ। ਇਹ ਕੀੜੇ ਜਿੰਨੀ ਹਸਤੀ ਰੱਖਣ ਵਾਲਾ ਇਹ ਜੀਵ, ਇਹ ਪਰਮੇਸ਼ਰ ਤੁਹਾਡੇ ਮਹਿਮਾ ਨੂੰ ਕਿਸ ਪ੍ਰਕਾਰ ਨਾਲ ਬਖਾਨਾ ਬਿਆਨ ਕਰ ਸਕਦਾ ਹੈ। ਮਹਿਮਾ ਤੋਰ ਤੁਹੀ ਪ੍ਰਭ ਜਾਣੈ, ਪਰਮੇਸ਼ਰ ਜਿਹੜੀ ਤੁਹਾਡੀ ਮਹਿਮਾ ਹੈ ਨਾ ਵਡਿਆਈ, ਉਹ ਤੁਹੀ ਪ੍ਰਭ ਜਾਣੈ, ਉਹ ਤੁਸੀਂ ਹੀ ਜਾਣਦੇ ਹੋ ਕਿਤਨੀ ਵਡਿਆਈ ਤੁਹਾਡੀ, ਕੋਈ ਜੀਵ ਨਹੀਂ ਜਾਣ ਸਕਦਾ। ਪਿਤਾ ਜਨਮ ਜਿਮ ਪੂਤ ਨ ਪਾਵੈ, ਜਿਸ ਪ੍ਰਕਾਰ ਨਾਲ ਪਿਤਾ ਦਾ ਜਨਮ ਦਾ ਭੇਦ ਪੁੱਤਰ ਉਸ ਦਾ ਨਹੀਂ ਪਾ ਸਕਦਾ। ਕਹਾ ਤਵਨ ਕਾ ਭੇਦ ਬਤਾਵੈ, ਉਸੇ ਪ੍ਰਕਾਰ ਦੇ ਨਾਲ ਤਵਨ ਕਾ ਉਸ ਪਰਮੇਸ਼ਰ ਦਾ ਅਸੀਂ ਕਿਵੇਂ ਭੇਦ ਪਾ ਸਕਦੇ ਹਾਂ ਜਿਹੜਾ ਸਾਡੇ ਪਿਤਾ ਰੂਪ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਹੈ ਪਰਮੇਸ਼ਰ, ਜਿਵੇਂ ਪਿਤਾ ਦੇ ਜਨਮ ਦਾ ਭੇਦ ਉਸ ਦਾ ਪੁੱਤਰ ਨਹੀਂ ਪਾ ਸਕਦਾ, ਅਸੀਂ ਤੁਹਾਡਾ ਭੇਦ ਕਿਸ ਪ੍ਰਕਾਰ ਪਾ ਸਕਦੇ ਹਾਂ। ਤੁਮਰੀ ਪ੍ਰਭਾ ਤੂੰ ਮਹਿ ਬਨ ਆਈ, ਤੁਮਰੀ ਪ੍ਰਭਾ ਜਿਹੜੀ ਪਰਮੇਸ਼ਰ ਤੁਹਾਡੀ ਪ੍ਰਭਾ ਵਡਿਆਈ ਹੈ ਨਾ, ਉਹ ਤੁਮੇ ਬਣਾਈ, ਉਹ ਤੁਹਾਨੂੰ ਹੀ ਬਣ ਆਉਂਦੀ ਹੈ, ਤੁਸੀਂ ਹੀ ਉਸ ਨੂੰ ਉਚਾਰਨ ਕਰ ਸਕਦੇ ਹੋ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਪਰਮੇਸ਼ਰ ਤੁਹਾਡੀ ਵਡਿਆਈ ਤੁਹਾਨੂੰ ਹੀ ਬਣ ਆਉਂਦੀ ਹੈ। ਔਰਨ ਤੇ ਨਹੀਂ ਜਾਤ ਬਤਾਈ, ਔਰਨ ਕਿਸੇ ਹੋਰ ਪਾਸੋਂ ਨਹੀਂ ਜਾਤ ਬਤਾਈ, ਇੱਕ ਹੀ ਬਤਾ ਕੇ ਕਹਿ ਕੇ ਨਹੀਂ ਦੱਸੀ ਜਾ ਸਕਦੀ ਕਿਸੇ ਹੋਰ ਜੀਵ ਦੇ ਪਾਸੋਂ। ਤੁਮਰੀ ਕਿਰਿਆ ਤੁਮ ਹੀ ਪ੍ਰਭ ਜਾਨੋ, ਤੁਮਰੀ ਕਿਰਿਆ ਜਿਹੜੀ ਪਰਮੇਸ਼ਰ ਤੁਹਾਡੀ ਕਿਰਿਆ, ਇਹ ਜੋ ਕਰਨੀ ਜਿਹੜਾ ਪਸਾਰਾ ਤੁਸੀਂ ਕੀਤਾ ਹੈ ਨਾ, ਤੁਮ ਹੀ ਪ੍ਰਭ ਜਾਨੋ, ਇਹ ਤੁਸੀਂ ਹੀ ਜਾਣਦੇ ਹੋ ਕਿਸ ਪ੍ਰਕਾਰ ਦੇ ਨਾਲ ਕੀਤਾ ਹੈ। ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਪਰਮੇਸ਼ਰ ਉਹ ਆਪ ਹੀ ਜਾਣਦਾ ਹੈ ਆਪਣਾ ਕੀਤਾ। ਊਚ ਨੀਚ ਕਛ ਸਕਤ ਬਖਾਨੋ, ਊਚ ਨੀਚ ਉੱਪਰਲਾ ਤੇ ਨੀਵਾਂ ਭਾਵ ਉਰਲਾ ਪਰਲਾ ਪਾਸਾ ਪਰਮੇਸ਼ਰ ਦਾ ਕਿਵੇਂ ਅਸੀਂ ਦੱਸ ਸਕਦੇ ਹਾਂ। ਸਕਤ ਬਖਾਨੋ ਬਖਿਆਨ ਕਰ ਸਕਦੇ ਹਾਂ, ਭਾਵ ਨਹੀਂ ਕਰ ਸਕਦੇ। ਊਚ ਨੀਚ ਜੋ ਪਰਮੇਸ਼ਰ ਦਾ ਨਿਰਗੁਣ ਸਰੂਪ, ਜੋ ਉੱਚਾ ਸਰੂਪ ਅਤੇ
ਸਰਗੁਣ ਸਰੂਪ ਪਰਮੇਸ਼ਰ ਦਾ ਜੋ ਨੀਚ ਸਰੂਪ ਉਸ ਨੂੰ ਅਸੀਂ ਕਿਵੇਂ ਬਿਆਨ ਕਰ ਸਕਦੇ ਹਾਂ। ਸੀਸ ਨਾਗ ਸਿਰ ਸਹਿਸ ਬਣਾਈ। ਤੁਸੀਂ ਪਰਮੇਸ਼ਰ ਜਿਹੜਾ ਸ਼ੇਸ਼ ਨਾਗ ਸੀ ਉਸ ਨੂੰ 1000 ਸਿਰ ਉਸ ਦਾ ਤੁਸੀਂ ਬਣਾ ਦਿੱਤਾ। ਦਵੈਸ ਹੰਸ ਰਸਨਾ ਸੁਹਾਈ। 2000 ਉਸ ਦੀ ਰਸਨਾ ਜੋ ਜ਼ੁਬਾਨ ਸੁਹਾਈ ਉਸ ਨੂੰ ਸੁਭਾਏਵਾਨ ਕਰ ਦਿੱਤੀ। ਰਟਤ ਅਬ ਲਗੇ ਨਾਮ ਅਪਾਰਾ। ਉਹ ਜਿਹੜਾ ਸ਼ੇਖ ਨਾਗ ਹੈ ਨਾ ਜਿਸ ਦੀ 2000 ਜ਼ੁਬਾਨ ਤੇ 1000 ਸੀਸ ਸੀ ਉਸ ਦਾ ਤੁਸੀਂ ਬਣਾਇਆ। ਰਟਤ ਅਬ ਲੱਗੇ ਉਹ ਉਦੋਂ ਦਾ ਹੀ ਪਰਮੇਸ਼ਰ ਤੁਹਾਡੇ ਨਾਮ ਅਪਾਰਾ ਬੇਅੰਤ ਤੁਹਾਡੇ ਨਾਮ ਰਟ ਰਿਹਾ ਹੈ ਉਦੋਂ ਤਾਂ ਲੈ ਕੇ ਹੁਣ ਤੱਕ ਰਟੀ ਜਾ ਰਿਹਾ ਹੈ। ਤੁਮਰੋ ਤੋ ਨ ਪਾਵਤ ਪਾਰਾ। ਪਰ ਹੈ ਪਰਮੇਸ਼ਰ ਇਤਨਾ ਲੰਮਾ ਸਮਾਂ ਤੇ ਇਤਨੀਆਂ ਜ਼ਿਆਦੀਆਂ ਜ਼ੁਬਾਨਾਂ ਤੇ ਸਿਰਾਂ ਦੇ ਨਾਲ ਉਹ ਤੁਹਾਡੇ ਬੇਅੰਤ ਨਾਮ ਰਟ ਰਿਹਾ ਹੈ ਪਰ ਤੁਮਰੋ ਤਉ ਨਾ ਪਾਵਤ ਪਾਰਾ। ਉਹ ਵੀ ਤੁਹਾਡਾ ਜਿਹੜਾ ਪਾਰਾਵਾਰ ਹੈ ਤੁਹਾਡੇ ਨਾਮਾਂ ਦਾ ਥਾਂ ਹੈ। ਪਾਰਾਵਾਰ ਤੁਹਾਡੇ ਨਾਮ ਹੀ ਇਤਨੇ ਬੇਅੰਤ ਹਨ ਉਹ ਪਾਰਾਵਾਰ ਹੀ ਨਹੀਂ ਪਾ ਸਕੇ ਮੁੱਕੇ ਹੀ ਨਹੀਂ ਉਸ ਪਾਸੋਂ। ਤੁਮਰੀ ਕਿਰਿਆ ਕਹਾ ਕੋ ਕਹੈ। ਤੁਹਾਡੀ ਕਿਰਿਆ ਪਰਮੇਸ਼ਰ ਜਿਹੜਾ ਤੁਹਾਡਾ ਪਸਾਰਾ ਹੈ ਕਹਾਂ ਕੋ ਕਹੈ ਕੋਈ ਕੀ ਕਹਿ ਕੇ ਦੱਸ ਸਕਦਾ ਹੈ। ਸਮਝਤ ਬਾਤ ਉਰਜ ਮਤ ਰਹੈ। ਸਮਝਤ ਬਾਤ ਜੇਕਰ ਕੋਈ ਸਮਝਣ ਦਾ ਯਤਨ ਕਰਦਾ ਹੈ ਤਾਂ ਉਰਜ ਮਤ ਹੈ ਉਸ ਦੀ ਮਤ ਜਿਹੜੀ ਹੈ ਉਲਝੀ ਹੀ ਰਹਿੰਦੀ ਹੈ। ਇਸ ਪ੍ਰਕਾਰ ਉਹ ਹੱਕਾ ਬੱਕਾ ਹੋਇਆ ਹੀ ਰਹਿੰਦਾ ਹੈ। ਸੂਸ਼ਮ ਰੂਪ ਨ ਵਰਨਾ ਜਾਈ। ਪਰਮੇਸ਼ਰ ਜਿਹੜਾ ਤੁਹਾਡਾ ਸੂਸ਼ਮ ਰੂਪ ਜਿਹੜਾ ਨਿਰਗੁਣ ਸਰੂਪ ਹੈ ਉਸ ਨੂੰ ਵਰਨ ਵਿਖਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ। ਬਿਰਧ ਸਰੂਪ ਕਹੋ ਬਣਾਈ। ਜਿਹੜਾ ਪਰਮੇਸ਼ਰ ਤੁਹਾਡਾ ਬਿਰਧ ਵਿਰਾਟ ਸਰੂਪ ਹੈ ਉਸ ਨੂੰ ਅਸੀਂ ਇਸ ਪ੍ਰਕਾਰ ਨਾਲ ਵਿਖਿਆਨ ਕਰਕੇ ਦੱਸ ਰਹੇ ਹਾਂ। ਤੁਮਰੀ ਪ੍ਰੇਮ ਭਗਤ ਜਬ ਗਹਿ ਹੋ। ਸਤਿਗੁਰੂ ਫਰਮਾ ਰਹੇ ਹਨ ਕਿ ਹੇ ਪਰਮੇਸ਼ਰ ਜਿਸ ਸਮੇਂ ਅਸੀਂ ਤੁਹਾਡੀ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲਵਾਂਗੇ ਤੁਹਾਡੀ ਬਖਸ਼ਿਸ਼ ਪ੍ਰਾਪਤ ਕਰ ਲਵਾਂਗੇ। ਛੋਰ ਕਥਾ ਸਭ ਹੀ ਤਬ ਕਹਿ ਹੋ। ਸ਼ੋਰ ਕਥਾ ਫਿਰ ਮੁੱਢ ਤੋਂ ਲੈ ਕਰਕੇ ਤੇ ਖੋਲ ਕੇ ਫਿਰ ਤੁਹਾਡੀ ਕਥਾ ਅਸੀਂ ਉਦੋਂ ਹੀ ਕਹਿ ਸਕਾਂਗੇ ਜਦੋਂ ਤੁਸੀਂ ਕਿਰਪਾ ਕਰਿਓਗੇ। ਅਬ ਮੈਂ ਕਹੂੰ ਸੂ ਆਪਣੀ ਕਥਾ। ਹੁਣ ਅਸੀਂ ਆਪਣੀ ਕਥਾ ਕਹਿੰਦੇ ਹਾਂ। ਸਤਿਗੁਰੂ ਫਰਮਾਉਂਦੇ ਕਿ ਹੁਣ ਕਿਰਪਾ ਕਰੋ ਅਸੀਂ ਆਪਦੀ ਕਥਾ ਕਹਿੰਦੇ ਹਾਂ। ਸੋਢੀ ਬੰਸ ਉਪਜਿਆ ਜਥਾ। ਆਪਣੀ ਕਥਾ ਜਿਹੜੀ ਸਤਿਗੁਰਾਂ ਦੀ ਸੋਢੀ ਬੰਸ ਦੀ ਕਥਾ ਹੈ ਨਾ ਉਪਜਿਆ ਜਥਾ ਵੀ ਕਿਸ ਪ੍ਰਕਾਰ ਨਾਲ ਇਹ ਸੋਢੀ ਬੰਸ ਸ਼ੁਰੂ ਹੋਈ ਇਸ ਦਾ ਪਹਿਲਾ ਰਾਜਾ ਕੌਣ ਹੋਇਆ ਤੇ ਅੱਗੇ ਇਸ ਦਾ ਵਿਕਾਸ ਕਿਵੇਂ ਹੋਇਆ ਸੋਢੀ ਕੁਲ ਦਾ ਉਹ ਅਸੀਂ ਹੁਣ ਦੱਸਣਾ ਕਰਦੇ ਹਾਂ। ਦੋਹਰਾ ਪ੍ਰਥਮ ਕਥਾ ਸੰਖੇਪ ਤੇ। ਸਤਿਗੁਰੂ ਦੋਹਰੇ ਅੰਦਰ ਫਰਮਾਉਂਦੇ ਹਨ ਪ੍ਰਥਮ ਕਥਾ। ਹੁਣ ਅਸੀਂ ਜਿਹੜੀ ਆਰੰਭ ਦੀ ਕਥਾ ਜਿਹੜੀ ਹੈ ਉਹ ਸੰਖੇਪ ਤੇ ਉਹ ਸੰਖੇਪ ਰੂਪ ਵਿੱਚ ਦੱਸਾਂਗੇ। ਕਹੋ ਸੋ ਹਿਤ ਚਿਤ ਲਾਏ। ਅਸੀਂ ਹਿਤ ਦਾ ਚਿੱਤ ਬੜੇ ਪ੍ਰੇਮ ਸਹਿਤ ਦੱਸਣਾ ਕਰਾਂਗੇ। ਬਹੁਰ ਬਡੋ ਵਿਸਥਾਰ ਕੈ। ਇਹ ਸਤਿਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਵੀ ਸੰਬੋਧਨ ਹੋਰ ਕਰਕੇ ਕਹਿ ਰਹੇ ਹਨ ਕਿ ਪ੍ਰਥਮ ਕਥਾ ਪਹਿਲਾਂ ਮੈਂ ਸੰਖੇਪ ਵਿੱਚ ਦੱਸਾਂਗਾ ਬਹੁਰ ਵੱਡੋ ਵਿਸਥਾਰ ਕੈ ਅਤੇ ਬਾਅਦ ਵਿੱਚ ਮਗਰੋਂ ਫਿਰ ਜਾ ਕਰਕੇ ਤੇ ਪੂਰਾ ਵਿਸਥਾਰ ਕਰਕੇ ਦੱਸਣਾ ਕਰਾਂਗਾ। ਕਹਿ ਹੋ ਸਬੈ ਸੁਨਾਈ। ਅਤੇ ਕਹਿ ਕੇ ਫਿਰ ਮੈਂ ਸਾਰਿਆਂ ਨੂੰ ਇਹ ਸਾਰੇ ਸਿੰਘਾਂ ਨੂੰ ਹੇ ਸਿੰਘੋ ਤੁਹਾਨੂੰ ਸੁਣਾ ਕਰਕੇ ਦੱਸਾਂਗਾ। ਚੌਪਈ ਪ੍ਰਥਮ ਕਾਲ ਜਬ ਕਰਾ ਪਸਾਰਾ। ਸਤਿਗੁਰੂ ਹੁਣ ਇੱਥੇ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸ੍ਰਿਸ਼ਟੀ ਪੈਦਾ ਹੋਈ ਫਿਰ ਉਹ ਕਿਸ ਪ੍ਰਕਾਰ ਨਾਲ ਉਸ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਬਣਾਉਣਾ ਕੀਤਾ ਉਹ ਇੱਥੇ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪ੍ਰਥਮ ਕਾਲ ਜਬ ਕਰਾ ਪਸਾਰਾ। ਪ੍ਰਥਮ ਤੁਸੀਂ ਪਹਿਲੇ ਸਾਰਿਆਂ ਨਾਲੋਂ ਜਿਸ ਸਮੇਂ ਤੁਸੀਂ ਸ੍ਰਿਸ਼ਟੀ ਨੂੰ ਆਰੰਭ ਵਿੱਚ ਪੈਦਾ ਕਰਨਾ ਕੀਤਾ ਪਸਾਰਾ ਕੀਤਾ ਤੁਸੀਂ। ਓੰਕਾਰ ਤੇ ਸ੍ਰਿਸ਼ਟ ਉਪਾਰਾ। ਓੰਕਾਰ ਧੁਨੀ ਦੇ ਵਿੱਚੋਂ ਤੁਸੀਂ ਸ੍ਰਿਸ਼ਟ ਨੂੰ ਪੈਦਾ ਕੀਤਾ। ਗੁਰਬਾਣੀ ਦਾ ਫਰਮਾਨ ਹੈ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿੱਤ। ਜਿਹੜਾ ਓੰਕਾਰ ਸ਼ਬਦ ਓੰਕਾਰ ਧੁਨੀ ਹੈ ਉੱਥੋਂ ਪਰਮੇਸ਼ਰ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਨਾ ਕੀਤਾ। ਕਾਲ ਸੈਨ ਪ੍ਰਥਮੈ ਭਇਓ ਭੂਪਾ। ਅਤੇ ਇਸ ਸ੍ਰਿਸ਼ਟੀ ਦੇ ਅੰਦਰ ਜਿਹੜਾ ਪ੍ਰਥਮੈ ਭਇਓ ਭੂਪਾ ਜਿਹੜਾ ਪਹਿਲਾ ਰਾਜਾ ਉਹ ਕਾਲ ਸੈਨ ਹੋਇਆ ਜਿਸ ਨੂੰ ਵਿਸ਼ਨੂੰ ਕਿਹਾ ਜਾਂਦਾ ਹੈ। ਉਹ ਵਿਸ਼ਨੂੰ ਜਿਹੜਾ ਪਹਿਲਾ ਰਾਜਾ ਇਸ ਧਰਤੀ ਤੇ ਹੋਇਆ ਇਸ ਸ੍ਰਿਸ਼ਟੀ ਦੇ ਵਿੱਚ ਹੋਇਆ। ਅਧਿਕ ਅਤੁੱਲ ਬਲ ਰੂਪ ਅਨੂਪਾ। ਜਿਸ ਦਾ ਅਧਿਕ ਅਤੁੱਲ ਬਲ ਅਧਿਕ ਬਹੁਤ ਅਤੁੱਲ ਨਾ ਤੋਲਿਆ ਜਾਣ ਵਾਲਾ ਬਲ ਸੀ ਇਤਨਾ ਬਲਸ਼ਾਲੀ ਜੋ ਵਿਸ਼ਨੂੰ ਰਾਜਾ ਹੋਇਆ ਹੈ। ਰੂਪ ਅਨੂਪਾ ਅਤੇ ਇਸ ਦਾ ਰੂਪ ਬੜਾ ਹੀ ਅਨੂਪ ਬੜਾ ਸੁੰਦਰ ਹੋਇਆ। ਕਾਲ ਕੇਤ ਦੂਸਰ ਭੋ ਭਇਓ। ਕਾਲ ਕੇਤ ਜਿਹੜਾ ਦੂਸਰਾ ਰਾਜਾ ਜੋ ਬ੍ਰਹਮਾ ਹੋਇਆ ਇਹ ਦੂਸਰਾ ਰਾਜਾ ਇਸ ਸ੍ਰਿਸ਼ਟੀ ਅੰਦਰ ਹੋਇਆ। ਕਰੂਬ ਬਰਸ ਤੀਸਰ ਜਗ ਠਿਓ। ਕਰੂਰ ਬਰਸ ਇਹ ਜਿਹੜਾ ਕਰੂਰ ਬਰਸ ਸ਼ਿਵ ਜੀ ਹੋਇਆ ਹੈ ਇਹ ਸਤਿਗੁਰੂ ਕਹਿੰਦੇ ਇਹ ਤੀਸਰਾ ਰਾਜਾ ਇਸ ਸ੍ਰਿਸ਼ਟੀ 'ਚ ਹੋਇਆ।
ਕਾਲ ਤੁਜ ਚਤੁਰਥ ਨ੍ਰਿਪ ਸੋ ਹੈ। ਕਾਲ ਤੁਜ ਚਤੁਰਥ ਨ੍ਰਿਪ ਸੋ ਹੈ। ਜਿਹੜਾ ਚੌਥਾ ਰਾਜਾ ਫਿਰ ਹੋਇਆ ਉਹ ਦਛ ਪ੍ਰਜਾਪਤ ਹੋਇਆ। ਜਿਹੇ ਤੇ ਭਇਓ ਜਗਤ ਸਭ ਕੋ ਫਿਰ ਹੈ। ਇਹਨਾਂ ਤੋਂ ਕਹਿੰਦੇ ਵੀ ਇਹਨਾਂ ਚਾਰ ਰਾਜਿਆਂ ਤੋਂ ਗਾਂ ਫਿਰ ਸਾਰੀ ਸ੍ਰਿਸ਼ਟੀ ਦਾ ਪਸਾਰਾ ਉਤਪਤੀ ਹੋਈ। ਸਹਸ ਰਾਜ ਜਾ ਕੋ ਸਭ ਸੋ ਹੈ। ਜਿਹੜਾ ਫਿਰ ਉਹ ਵਿਸ਼ਨੂੰ ਜਿਹੜਾ ਮਹਾ ਵਿਸ਼ਨੂੰ ਜਿਹੜਾ ਪਹਿਲਾ ਰਾਜਾ ਹੋਇਆ ਇਸ ਸ੍ਰਿਸ਼ਟੀ ਅੰਦਰ, ਇਹ ਇੱਥੇ ਸਤਿਗੁਰੂ ਕਹਿੰਦੇ ਵੀ ਸਹਸਰ ਰਾਜ, ਉਹਦੀ 1000 ਅੱਖ ਸੀਗੀ, ਉਸ ਦੀ ਸ਼ੋਭਾ ਪਾ ਰਹੀ। ਸਹਸ ਪਾਦ ਜਾ ਕੇ ਤਨ ਮੋਹੈ। ਸਹਸ ਪਾਦ ਜਿਹੜੇ 1000 ਪੈਰ ਉਸ ਦੇ ਤਨ ਉੱਤੇ ਸੋਹੰਦੇ ਸਨ। ਸੇਖ ਨਾਗ ਪਰ ਸੋਇਬੋ ਅਤੇ ਕਰੈ। ਉਹ ਸ਼ੇਸ਼ ਨਾਗ ਦੀ ਸੇਜਾਂ ਉੱਤੇ ਉਹ ਵਿਸ਼ਨੂੰ ਜਿਹੜਾ ਸੀ ਉਹ ਸੌਂਦਾ ਸੀ। ਜਗ ਤੇ ਸੇਖ ਸਾਈ ਉਚਰੈ। ਅਤੇ ਜਗ ਦੇ ਵਿੱਚ ਸਾਰੇ ਉਹਨੂੰ ਸ਼ੇਖ ਸਾਈਂ ਕਹਿ ਕਰਕੇ ਬੁਲਾਉਂਦੇ ਸਨ, ਕਿਉਂਕਿ ਉਹ ਸ਼ੇਖ ਨਾਗ ਦੀ ਜਿਹੜੀ ਸੇਜਾ ਉੱਥੇ ਬਿਰਾਜਮਾਨ ਹੁੰਦਾ ਸੀ, ਇਸ ਕਰਕੇ ਸਾਰੇ ਜਗਤ ਵਿੱਚ ਉਸ ਨੂੰ ਸ਼ੇਖ ਸਾਈਂ ਵੀ ਕਿਹਾ ਜਾਂਦਾ ਸੀ। ਏਕ ਸ਼ਰਵਨ ਤੇ ਮੈਲ ਨਿਕਾਰਾ। ਇਹ ਫਿਰ ਇਹ ਪੁਰਾਣਾ ਵਿੱਚ ਸਾਰ ਸੰਗਤ ਤੇ ਪੂਰੀ ਕਥਾ ਆਉਂਦੀ ਹੈ ਕਿ ਇਸ ਵਿਸ਼ਨੂੰ ਨੇ ਫਿਰ ਇੱਕ ਕੰਨ ਤੋਂ ਜਦੋਂ ਮੈਲ ਕੱਢੀ, ਤਾਤੇ ਮਦ ਕੀਟਬ ਤਨ ਧਾਰਾ। ਉਸ ਮੈਲ ਦੇ ਅੰਦਰੋਂ ਫਿਰ ਜਿਹੜਾ ਮਦ ਕੀਟਬ, ਇਹ ਦੋ ਦੈਂਤ ਹੋਏ ਹਨ, ਮਦ ਅਤੇ ਕੀਟਬ, ਇਹਨਾਂ ਨੇ ਜਿਹੜਾ ਤਨ ਧਾਰਨ ਕੀਤਾ। ਸਾਰ ਸੰਗਤ ਇਹ ਪੁਰਾਣਾ ਦੇ ਅੰਦਰ ਬੜੇ ਖੋਲ ਕੇ ਇਹ ਕਥਾ ਦੱਸੀ ਗਈ ਹੈ ਕਿ ਕਿਸ ਪ੍ਰਕਾਰ ਇਹਨਾਂ ਦੈਤਾਂ ਨੇ ਫਿਰ ਜਦੋਂ ਇਹਨਾਂ ਦੇ ਅੰਦਰ ਬਲ ਵੱਧ ਗਿਆ, ਅਧਿਕ ਹੰਕਾਰ ਹੋ ਗਿਆ, ਤੇ ਇਹਨਾਂ ਨੇ ਫਿਰ ਬ੍ਰਹਮਾ ਨੂੰ ਵੀ ਕੇਸਾਂ ਤੋਂ ਫੜ ਕੇ ਖਿੱਚ ਲਿਆ ਸੀ ਕਿ ਆ ਜਾ ਇੱਧਰ, ਤੂੰ ਬ੍ਰਹਮਾ ਬਣ ਕੇ ਬੈਠਾ ਹੈ। ਬ੍ਰਹਮੇ ਦੇ ਨਾਲ ਇਹਨਾਂ ਨੇ ਮੱਥਾ ਲਾਇਆ ਸੀ ਤੇ 5000 ਵਰਾ ਉਹਦੇ ਨਾਲ ਇਹਨਾਂ ਨੇ ਯੁੱਧ ਕੀਤਾ ਸੀ। ਇਹਨਾਂ ਦੋਵਾਂ ਦੈਂਤਾਂ ਨੇ ਤੇ ਬ੍ਰਹਮੇ ਜੀ ਨੇ ਦੋਵਾਂ ਨੇ ਆਪਸ 'ਚ ਯੁੱਧ ਕੀਤਾ। ਇਹ ਪੁਰਾਣਾ 'ਚ ਬੜੀ ਵਿਸ਼ਾਲ ਕਥਾ ਆਉਂਦੀ ਹੈ, ਪਰ ਇੱਥੇ ਸਤਿਗੁਰ ਕਹਿੰਦੇ ਅਸੀਂ ਸੰਖੇਪ ਰੂਪ ਵਿੱਚ ਵਰਣਨ ਕਰਕੇ ਦੱਸ ਰਹੇ ਹਾਂ ਕਿ ਉਸ ਵਿਸ਼ਨੂੰ ਨੇ ਇੱਕ ਕੰਨ ਤੋਂ ਮੈਲ ਕੱਢੀ ਤੇ ਉਥੋਂ ਮਦ ਕੀਟਬ ਦੈਂਤ ਇਹ ਦੋ ਪੈਦਾ ਹੋਏ। ਦੂਤੀਆ ਕਾਨ ਤੇ ਮੈਲ ਨਿਕਾਰੀ। ਦੂਤੀਆ ਕਾਨ, ਦੂਸਰੇ ਕੰਨ ਤੋਂ ਜਦੋਂ ਵਿਸ਼ਨੂੰ ਨੇ ਮੈਲ ਕੱਢੀ, ਤਾਤੇ ਭਈ ਸ੍ਰਿਸ਼ਟ ਇਹ ਸਾਰੀ। ਉੱਥੋਂ ਫਿਰ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ, ਸਾਰੀ ਸ੍ਰਿਸ਼ਟੀ ਬਣ ਆਈ। ਤਿੰਨ ਕੋ ਕਾਲ ਬਹੁਰ ਬਦਤ ਕਰਾ। ਤਿੰਨ ਕੋ ਜਿਹੜੇ ਫਿਰ ਆ ਮਦ ਕੀਟ ਬਦੈਤ ਨਾ ਜੀ, ਇਹਨਾਂ ਨੂੰ ਫਿਰ ਜਿਸ ਸਮੇਂ ਨੇ ਬ੍ਰਹਮਾ ਦੇ ਨਾਲ ਇਹਨਾਂ ਨੇ ਮੱਥਾ ਲਾਇਆ, ਉਹਦੇ ਨਾਲ ਜੰਗ ਕੀਤਾ, ਪਰ ਕਿਸੇ ਦਾ ਵਸ ਨਾ ਚੱਲਿਆ, ਬਰਾਬਰ ਦੇ ਬਲੀ ਸਨ। ਫਿਰ ਉਹ ਬ੍ਰਹਮਾ ਨੇ ਜੋ ਪਰਮੇਸ਼ਰ ਦੀ ਮਾਇਆ ਹੈ ਉਸ ਦੀ ਸਹਾਇਤਾ ਦੇ ਨਾਲ ਇਸ ਪ੍ਰਕਾਰ ਛਲ ਕਪਟ ਦੇ ਨਾਲ ਸਤਿਗੁਰੂ ਕਹਿੰਦੇ ਫਿਰ ਇਹਨਾਂ ਨੂੰ ਮਦ ਕੀਟ ਬਦੈਤ ਨੂੰ ਮਾਰਨਾ ਕੀਤਾ। ਉਹ ਕਾਲ ਪਰਮੇਸ਼ਰ ਨੇ ਇਹਨਾਂ ਦਾ ਖਾਤਮਾ ਕੀਤਾ। ਤਿੰਨ ਕੋ ਮੇਦ ਸਮੁੰਦ ਮੋ ਪਰਾ। ਇਹਨਾਂ ਦੇ ਜਿਹੜਾ ਮੇਦ ਜਿਹੜੀ ਚਰਬੀ ਸੀ ਉਹ ਸਮੁੰਦਰ ਦੇ ਵਿੱਚ ਪਈ। ਚਿਕਨ ਤਾਸ ਜਲ ਪਰ ਤਿਰ ਰਹੀ। ਤੇ ਜਿਹੜੀ ਚਿਕਨਾਈ ਸੀ, ਜਿਹੜੀ ਚਰਬੀ ਆਦਿਕ ਸੀ, ਇਸ ਪਾਣੀ ਦੇ ਉੱਪਰ ਹੀ ਤਰਦੀ ਰਹੀ। ਮੇਦਾ ਨਾਮ ਤਬ ਹੈ ਤੇ ਕਹੀ। ਫਿਰ ਇਹਨਾਂ ਦੀ ਚਰਬੀ ਤੋਂ ਇਹ ਜੋ ਧਰਤੀ ਬਣੀ ਕਿਹਾ ਜਾਂਦਾ ਹੈ, ਇਹ ਪੁਰਾਣਾ ਵਿੱਚ ਕਥਾ ਆਉਂਦੀ ਹੈ, ਮੇਦਾ ਨਾਮ ਤਬ ਹੈ ਤੇ ਕਹੀ। ਫਿਰ ਇਹ ਧਰਤੀ ਨੂੰ ਮੇਦਨੀ ਵੀ ਕਿਹਾ ਜਾਂਦਾ ਹੈ। ਸਾਧ ਸੰਗਤ ਉੱਥੋਂ ਫਿਰ ਇਹਨਾਂ ਦੀ ਮਿੱਝ ਤੋਂ ਜੋ ਬਣੀ ਇਹ ਧਰਤੀ ਨੂੰ ਮੇਦਨੀ ਕਿਹਾ ਜਾਣ ਲੱਗ ਪਿਆ। ਸਾਧ ਕਰਮ ਜੇ ਪੁਰਖ ਕਮਾਵੇ। ਹੁਣ ਸਤਿਗੁਰੂ ਫਰਮਾਉਂਦੇ ਹਨ ਕਿ ਇਸ ਜਗਤ ਦੇ ਅੰਦਰ ਫਿਰ ਜਿਨ੍ਹਾਂ ਨੇ ਸਾਧ ਕਰਮ, ਜਿਨ੍ਹਾਂ ਨੇ ਸ਼ੁਭ ਕਰਮ ਕੀਤੇ, ਨਾਮ ਦੇਵਤਾ ਜਗਤ ਕਹਾਵੇ। ਫਿਰ ਉਹਨਾਂ ਨੂੰ ਇਸ ਜਗਤ ਦੇ ਅੰਦਰ ਦੇਵਤੇ ਕਿਹਾ ਜਾਣ ਲੱਗ ਪਿਆ। ਕੁਕ੍ਰਿਤ ਕਰਮ ਜੇ ਜਗ ਮੈਂ ਕਰਹੀ। ਕੁਕ੍ਰਿਤ ਜਿਹੜੇ ਕੁਕਰਮ ਜਿਨ੍ਹਾਂ ਨੇ ਕੀਤੇ ਇਸ ਜਗਤ ਦੇ ਅੰਦਰ, ਮਾੜੇ ਕਰਮ, ਨਾਮ ਅਸੁਰ ਤਿਨ ਕੋ ਸਭ ਤਰਹੀ। ਫਿਰ ਉਹਨਾਂ ਨੂੰ ਸਾਰਿਆਂ ਨੇ ਦੈਤ ਅਸੁਰ ਕਹਿਣਾ ਸ਼ੁਰੂ ਆਰੰਭ ਕਰ ਦਿੱਤਾ। ਬਹੁ ਬਿਥਾਰ ਕਹਿ ਲਗੇ ਬਖਾਨੀਅਤ। ਸਤਿਗੁਰੂ ਫਰਮਾਉਂਦੇ ਵੀ ਜੇ ਹੁਣ ਮੈਂ ਇਹਨਾਂ ਗਾਂ ਦੀ ਗਾਂ ਇਹਨਾਂ ਸਾਰੇ ਰਾਜਿਆਂ ਦਾ ਜੇ ਮੈਂ ਵਿਖਿਆਨ ਕਰਨ ਲੱਗ ਪਵਾਂ, ਗ੍ਰੰਥ ਬੜਨ ਤੇ ਅਤ ਡਰਮਾਨੀਅਤ। ਗ੍ਰੰਥ ਬਹੁਤ ਇਹ ਜਿਹੜਾ ਵਿਚਿੱਤਰ ਨਾਟਕ ਗ੍ਰੰਥ ਬੜਾ ਵੱਧ ਜਾਵੇਗਾ। ਅਸੀਂ ਇਸ ਗੱਲ ਤੋਂ ਡਰਦੇ ਹਾਂ। ਤਿੰਨ ਤੇ ਹੋਤ ਬਹੁਤ ਨ੍ਰਿਪ ਆਏ। ਇਹਨਾਂ ਤੋਂ ਅੱਗੇ ਫਿਰ ਜਿਹੜੇ ਇਹ ਚਾਰ ਰਾਜੇ ਹੋਏ ਅਤੇ ਇਹ ਸ੍ਰਿਸ਼ਟੀ ਪੈਦਾ ਹੋਈ, ਇਹਨਾਂ ਤੋਂ ਅੱਗੇ ਫਿਰ ਬਹੁਤ ਸਤਿਗੁਰੂ ਕਹਿੰਦੇ ਵੀ ਰਾਜੇ ਇਸ ਸ੍ਰਿਸ਼ਟੀ ਅੰਦਰ। ਦੇਖੋ ਸਤਿਗੁਰਾਂ ਨੇ ਇਹ ਵਿਸ਼ਨੂੰ, ਬ੍ਰਹਮਾ, ਸ਼ਿਵ ਜੀ ਇਹਨਾਂ ਨੂੰ ਰਾਜੇ ਕਿਹਾ ਹੈ, ਪਰ ਹਿੰਦੂ ਮਤ ਦੇ ਅੰਦਰ ਤਾਂ ਇਹਨਾਂ ਨੂੰ ਪਰਮੇਸ਼ਰ ਰੱਬ ਕਰਕੇ ਮੰਨਿਆ ਜਾਂਦਾ ਹੈ। ਸਤਿਗੁਰਾਂ ਨੇ ਕਿਹਾ ਕਿ ਇਹ ਰਾਜੇ ਧਰਤੀ ਦੇ ਉੱਪਰ ਆਏ। ਦਛ ਪ੍ਰਜਾਪਤ ਤਿੰਨ ਉਪਜਾਏ। ਫਿਰ ਇਹਨਾਂ ਦੇ ਅੱਗੋਂ ਜਿਹੜਾ ਦਛ ਪ੍ਰਜਾਪਤ ਰਾਜਾ ਹੋਇਆ ਹੈ ਉਹ ਪੈਦਾ ਹੋਇਆ। 10 ਸਹੰਸਰ ਤਹਿ ਗ੍ਰਹਿ ਭਈ ਕਨਿਆ। 10 ਸਹੰਸਰ ਜਿਹੜੀ 10,000 ਤਿਹ ਗ੍ਰਹਿ ਇਸ 10 ਪ੍ਰਜਾਪਤ ਰਾਜੇ ਦੇ ਘਰੇ
ਕੰਨਿਆ ਨੇ ਜਨਮ ਲਿਆ, 10,000 ਕੰਨਿਆ ਨੇ। ਜਿਹੇ ਸਮਾਨ ਕਹਿ ਲਗੇ ਨ ਅੰਨਿਆ। ਇਹ ਸਤਿਗੁਰੂ ਕਹਿੰਦੇ ਵੀ ਜਿਸ ਸਮਾਨ ਜਿਨ੍ਹਾਂ ਦੇ ਬਰਾਬਰ ਕੋਈ ਹੋਰ ਇਤਨਾ ਸੁੰਦਰ ਨਹੀਂ ਸੀ ਇਹਨਾਂ ਕੰਨਿਆ ਦੇ ਤੁੱਲ। ਕਾਲ ਕਿਰਿਆ ਐਸੀ ਤਹਿ ਤੇ ਭਈ। ਕਾਲ ਉਸ ਪਰਮੇਸ਼ਰ ਦੀ ਕਿਰਿਆ ਫਿਰ ਐਸੀ ਵਿਧ ਬਣੀ। ਤੇਸ ਵਿਆਹ ਨਰੇਸਨ ਤੇ ਦਈ। ਇਹ ਸਾਰੀਆਂ ਫਿਰ ਜਿਹੜੀਆਂ ਸਨ ਇਹ 10,000 ਕੰਨਿਆ ਉਹਦੀਆਂ, ਇਹ ਸਾਰੀਆਂ ਉਸਨੇ ਫਿਰ ਰਾਜਿਆਂ ਨੂੰ ਵਿਆਹ ਦਿੱਤੀਆਂ। ਦੋਹਰਾ ਬਨਤਾ ਕਦਰੂ ਦਿਤ ਅਦਿਤ। ਤੇ ਜਿਹੜੀਆਂ 10,000 ਵਿਆਹੀਆਂ ਇਹਨਾਂ ਦੇ ਵਿੱਚੋਂ ਜਿਹੜੀਆਂ 4 ਸਨ ਉਹਨਾਂ ਦੇ ਨਾਮ ਸਤਿਗੁਰੂ ਇੱਥੇ ਲਿਖ ਰਹੇ ਹਨ। ਇੱਕ ਬਨਤਾ, ਕਦਰੂ, ਦਿੱਤ ਅਤੇ ਅਦਿਤ। ਏ ਰਿਖ ਬਰੀ ਬਣਾਏ। ਇਹ ਜਿਹੜੀਆਂ 4 ਸਨ ਇਹਨਾਂ 10,000 ਦੇ ਵਿੱਚੋਂ ਜਿਹੜੀਆਂ 4 ਕੰਨਿਆ ਸਨ ਇਹ ਜਿਹੜੀਆਂ ਕਸ਼ਪ ਰਿਖੀ ਹੋਇਆ ਹੈ ਇਸ ਨੇ ਇਹ ਚਾਰਾਂ ਨੂੰ ਵਿਆਹਣਾ ਕੀਤਾ। ਨਾਗ ਨਾਗਰਿਪ ਦੇਵ ਸਭ। ਤੇ ਇਹਨਾਂ ਦੇ ਅੱਗੋਂ ਫਿਰ ਸਤਿਗੁਰੂ ਕਹਿੰਦੇ ਵੀ ਜਿਹੜੀ ਕਦਰੂ ਸੀ ਉਸ ਦੇ ਪੇਟੋਂ ਜਿਹੜੇ ਇਹ ਨਾਗ ਪੈਦਾ, ਸੱਪ ਪੈਦਾ ਹੋਏ। ਅਤੇ ਨਾਗਰਿਪ ਜਿਹੜਾ ਨਾਗ ਦਾ ਵੈਰੀ ਕੌਣ? ਗਰੁੜ। ਤੇ ਜਿਹੜੀ ਬਨਤਾ ਸੀ ਉਸ ਦੀ ਕੁੱਖੋਂ ਫਿਰ ਇਹ ਗਰੁੜ ਪੈਦਾ ਹੋਏ ਅਤੇ ਦੇਵ ਸਭ। ਤੇ ਜਿਹੜੀ ਅਦਿਤੀ ਸੀ ਉਸ ਦੇ ਪੇਟੋਂ ਇਹ ਸਾਰੇ ਦੇਵਤੇ ਪੈਦਾ ਹੋਏ। ਦੈਤ ਲਏ ਉਪਜਾਏ। ਤੇ ਜਿਹੜੇ ਦੈਤ ਸੀ ਉਹ ਦਿੱਤੀ ਦੇ ਪੇਟ ਤੋਂ ਇਹ ਪੈਦਾ ਹੋਏ ਸਾਰੇ। ਚੌਪਈ ਤਾਤੇ ਸੂਰਜ ਰੂਪ ਕੋ ਧਰਾ। ਤਾਂ ਤੇ ਉਹ ਜਿਹੜੀ ਅਦਿਤੀ ਦੇ ਪੇਟੋਂ ਦੇਵਤੇ ਪੈਦਾ ਹੋਏ ਉਸੇ ਦੇ ਪੇਟੋਂ ਫਿਰ ਜਿਹੜਾ ਸੂਰਜ ਸੀ ਇਸ ਨੇ ਰੂਪ ਧਾਰਨ ਕੀਤਾ। ਜਾਤੇ ਬੰਸ ਪ੍ਰਚੁਰ ਰਵ ਕਰਾ। ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਵੀ ਇਸ ਤੋਂ ਫਿਰ ਜਿਹੜੀ ਸੂਰਿਆ ਵੰਸ਼ ਜਿਹੜੀ ਸੂਰਜ ਵੰਸ਼ ਸੀਗੀ ਉਹ ਇਸ ਸੂਰਜ ਤੋਂ ਫਿਰ ਗਾਂ ਆਰੰਭ ਹੋ ਗਈ ਤੇ ਸੂਰਜ ਵੰਸ਼ ਜਗਤ ਵਿੱਚ ਪ੍ਰਸਿੱਧ ਹੋਈ। ਜੋ ਤਿਨ ਕੇ ਕਹਿ ਨਾਮ ਸੁਨਾਉ। ਤੇ ਸਤਿਗੁਰੂ ਕਹਿੰਦੇ ਇਹ ਹੁਣ ਜਿਹੜੇ ਸੂਰਜ ਵੰਸ਼ ਦੇ ਅੰਦਰ ਜਿਹੜੇ ਅੱਗੇ ਤੋਂ ਅੱਗੇ ਰਾਜੇ ਹੋਏ ਹਨ ਨਾ ਤੇ ਜੇਕਰ ਮੈਂ ਇਹਨਾਂ ਦਾ ਨਾਮ ਲੈ ਕੇ ਕਹਿਣ ਲੱਗ ਪਿਆ ਕਥਾ ਵੱਡਣ ਤੇ ਅਧਿਕ ਡਰਾਉ। ਤੇ ਕਥਾ ਬਹੁਤ ਹੀ ਵੱਧ ਜਾਵੇਗੀ। ਇਹ ਇਸ ਪ੍ਰਕਾਰ ਸਾਨੂੰ ਡਰ ਹੈ ਕਿਤੇ ਕਥਾ ਬਹੁਤੀ ਨਾ ਵੱਧ ਜਾਵੇ, ਇਹ ਗ੍ਰੰਥ ਨਾ ਵੱਧ ਜਾਵੇ। ਤਿੰਨ ਕੇ ਬੰਸ ਬਿਖੈ ਰਗ ਭਇਓ। ਫਿਰ ਇਸ ਸੂਰਜ ਵੰਸ਼ ਦੇ ਜਿਹੜੇ ਰਾਜੇ ਸਨ ਇਹਨਾਂ ਦੇ ਵੰਸ਼ ਦੇ ਵਿੱਚ ਸੂਰਜ ਵੰਸ਼ ਦੇ ਅੰਦਰ ਜਿਹੜਾ ਰਘੂ ਰਾਜਾ ਪੈਦਾ ਹੋਇਆ। ਰਘੂ ਬੰਸ ਹੈ ਜਿਹੇ ਜਗਹ ਬਚਲਿਓ। ਉਹਨੇ ਫਿਰ ਰਘੂ ਵੰਸ਼ ਰਾਘਵਾਂ ਦੀ ਵੰਸ਼ ਆਰੰਭ ਹੋ ਗਈ ਉਸ ਰਘੂ ਰਾਜੇ ਤੋਂ। ਤਾਤੇ ਪੁੱਤਰ ਹੋਤ ਭਇਓ ਅਜਬਰ। ਤੇ ਇਹ ਰਘੂ ਰਾਜੇ ਦਾ ਜਿਹੜਾ ਪੁੱਤਰ ਹੋਇਆ ਹੈ ਉਸ ਤੋਂ ਅੱਗੇ ਅੱਜ ਰਾਜਾ ਹੋਇਆ ਮਹਾਰਥੀ ਅਰ ਮਹਾਤਨੁਰਦ। ਜਿਹੜਾ ਅੱਜ ਰਾਜਾ ਸੀ ਇਹ ਮਹਾਰਥੀ ਬੜਾ ਬਲੀ ਜਿਹੜਾ 10,000 ਨਾਲ ਕੱਲਾ ਲੜਨ ਵਾਲਾ ਮਹਾਰਥੀ ਅਰ ਧਨੁਰਧਰ ਇਹ ਬੜਾ ਮਹਾਨ ਧਨੁਖਧਾਰੀ ਹੋਇਆ ਯੋਧਾ ਅੱਜ ਰਾਜਾ। ਜਬ ਤਿਨ ਭੇਸ ਜੋਗ ਕੋ ਲਿਓ। ਤੇ ਜਿਸ ਸਮੇਂ ਫਿਰ ਅੱਜ ਰਾਜੇ ਨੇ ਭੇਸ ਜੋਗੀਆਂ ਦਾ ਭੇਸ ਬਣਾ ਲਿਆ, ਸੰਨਿਆਸ ਧਾਰਨ ਕਰ ਲਿਆ। ਰਾਜ ਪਾਟ ਦਸ਼ਰਥ ਕੋ ਦਿਓ। ਤੇ ਸਾਰਾ ਫਿਰ ਰਾਜ ਪਾਟ ਜਿਹੜਾ ਸੀਗਾ ਇਸ ਨੇ ਅੱਜ ਰਾਜੇ ਨੇ ਆਪਣੇ ਸਪੁੱਤਰ ਜਿਹੜਾ ਦਸ਼ਰਥ ਨੂੰ ਦੇਣਾ ਕੀਤਾ। ਹੋਤ ਭਇਓ ਵਹਿ ਮਹਾਤਨੁਰਦਰ। ਉਹ ਵੀ ਸਤਿਗੁਰੂ ਕਹਿੰਦੇ ਜਿਹੜਾ ਦਸ਼ਰਥ ਰਾਜਾ ਸੀ ਇਹ ਵੀ ਬੜਾ ਬਲਸ਼ਾਲੀ ਅਤੇ ਧਨੁਸ਼ਧਾਰੀ ਹੋਇਆ। ਤੀਨ ਤ੍ਰਿਆਨ ਬਰਾਹ ਜਿਹੇ ਰਿਚ ਕਰ। ਜਿਹ ਰੁਚ ਕਰ ਆਪਣੀ ਮਰਜ਼ੀ ਦੇ ਨਾਲ ਜੇ ਦਸ਼ਰਥ ਰਾਜੇ ਨੇ 3 ਇਸਤਰੀਆਂ ਨੂੰ ਵਿਆਹਣਾ ਕੀਤਾ। ਪ੍ਰਿਥਮ ਜਿਉ ਤੇ ਰਾਮ ਕੁਮਾਰਾ। ਪ੍ਰਿਥਮ ਜਯੋ ਪਹਿਲਾ ਜਿਹੜਾ ਪੁੱਤਰ ਫਿਰ ਇਸ ਦਸ਼ਰਥ ਰਾਜੇ ਦੇ ਘਰ ਪੈਦਾ ਹੋਇਆ ਉਹ ਰਾਮ ਜਿਹੜਾ ਸ਼੍ਰੀ ਰਾਮ ਅਵਤਾਰ ਦੇ ਰੂਪ ਅੰਦਰ ਆਪਾਂ ਜਾਣਦੇ ਹਾਂ ਉਹ ਪੈਦਾ ਹੋਇਆ ਜੋ ਇਹ ਕੁਸ਼ਲਿਆ ਦੇ ਪੇਟੋਂ ਜੇ ਰਾਮ ਪੈਦਾ ਹੋਇਆ। ਭਰਤ ਲਛਮਨ ਸਤਰੋ ਬਿਦਾਰਾ। ਜਿਹੜਾ ਭਰਤ ਸੀ ਇਹ ਕਈ ਦੀ ਪੇਟ ਤੋਂ ਪੈਦਾ ਹੋਇਆ ਅਤੇ ਜਿਹੜਾ ਲਛਮਣ ਤੇ ਸਤਰਬਿਦਾਰ ਜਿਹੜਾ ਸ਼ਤਰੁਘਨ ਇਹ ਲਛਮਣ ਤੇ ਸ਼ਤਰੁਘਨ ਇਹ ਜੋ ਸੁਮਿਤਰਾ ਦੀ ਪੇਟ ਤੋਂ ਪੈਦਾ ਹੋਏ। ਬਹੁਤ ਕਾਲ ਤਿੰਨ ਰਾਜ ਕਮਾਇਓ। ਫਿਰ ਇਹਨਾਂ ਨੇ ਬੜਾ ਲੰਮਾ ਸਮਾਂ ਬਹੁਤ ਕਾਲ ਸਤਿਗੁਰੂ ਕਹਿੰਦੇ ਰਾਜ ਕਰਨਾ ਕੀਤਾ ਇਸ ਧਰਤੀ ਉੱਪਰ। ਕਾਲ ਭਾਏ ਸੁਰ ਪੁਰਹੇ ਸਿਧਾਇਓ। ਕਾਲ ਪਾਏ ਫਿਰ ਸਮਾਂ ਪਾ ਕਰਕੇ ਕਾਲ ਦੇ ਵਸ ਇਹ ਵੀ ਆ ਗਏ ਇਹ ਤੇ ਸਾਰੇ ਇਹ ਦੇਵਲੋਕ ਨੂੰ ਇਹ ਚਲੇ ਗਏ। ਸੀ ਸਤ ਬਹੁਰ ਭਏ ਦੋਏ ਰਾਜਾ। ਸੀ ਸੁਤ ਜਿਹੜੀ ਸੀਤਾ ਸੀ ਇਸ ਦੇ ਫਿਰ 2 ਪੁੱਤਰ ਹੋਏ ਕਿਉਂਕਿ ਜਿਹੜਾ ਰਾਮ ਸੀ ਇਹ ਵੱਡਾ ਸੁਪੁੱਤਰ ਹੋਣ ਕਰਕੇ ਰਾਜ ਭਾਗ ਇਹਦੇ ਕੋਲ ਸੀ ਤੇ ਫਿਰ ਰਾਮ ਦੀ ਜਿਹੜੀ ਸੁਪਤਨੀ ਸੀਤਾ ਸੀ ਉਸ ਦੇ ਕੁੱਖੋਂ ਜਿਹੜੇ 2 ਪੁੱਤਰ ਪੈਦਾ ਹੋਏ ਲਵੂ ਅਤੇ ਕੁਸ਼ੂ। ਰਾਜ ਪਾਟ ਉਨਹੀ ਕੋ ਛਾਜਾ। ਫਿਰ ਇਹ ਵੱਡੇ ਪੁੱਤਰ ਹੋਣ ਕਰਕੇ ਵੱਡੇ ਪੁੱਤਰ ਦੇ ਗਾਂ ਪੁੱਤਰ ਹੋਣ ਕਰਕੇ ਜਿਹੜਾ ਰਾਜ ਭਾਗ ਸੀ ਇਹਨਾਂ ਨੂੰ ਲਵੂ ਅਤੇ ਕੁਸ਼ੂ ਇਹਨਾਂ ਨੂੰ ਪ੍ਰਾਪਤ ਹੋਇਆ।
ਮਦਰ ਦੇਸ ਏ ਸਰਵਰਜਾ ਬਰੀ ਜਬ। ਤੇ ਇਹਨਾਂ ਲਹੂ ਤੇ ਕੁਸ਼ੂ ਇਹਨਾਂ ਦੋਵਾਂ ਰਾਜਿਆਂ ਨੇ ਮਧੁਰ ਦੇਸ਼ ਜੋ ਪੰਜਾਬ ਦਾ ਦੇਸ਼ ਹੈ ਇੱਥੇ ਆਣ ਕਰਕੇ ਈਸ਼ਵਰਾ ਫਿਰ ਰਾਜਕੁਮਾਰੀਆਂ ਦੇ ਨਾਲ ਵਿਆਹ ਕਰਾਏ। ਭਾਂਤ ਭਾਂਤ ਕੇ ਜਗ ਕੀਏ ਤਬ। ਭਾਂਤ ਭਾਂਤ ਬੜੇ ਅਨੇਕਾਂ ਪ੍ਰਕਾਰ ਦੇ ਇਹਨਾਂ ਨੇ ਫਿਰ ਜੱਗ ਕਰਨਾ ਕੀਤੇ ਵਿਆਹ ਦੀ ਖੁਸ਼ੀ ਅੰਦਰ। ਕਹੀ ਤੀਨੇ ਬਾਂਧੇ ਦੋਏ ਪੁਰਵਾ। ਫਿਰ ਇੱਥੇ ਇਹਨਾਂ ਨੇ ਪੰਜਾਬ ਦੇ ਅੰਦਰ ਦੋ ਨਗਰ ਦੋ ਸ਼ਹਿਰ ਵਸਾਏ। ਏਕ ਕਸੂਰ ਦੁਤਿਓ ਲਹਰਵਾ। ਜਿਹੜਾ ਕੁਸੂ ਸੀ ਇਹਨੇ ਆਪਦੇ ਨਾਂ ਤੇ ਕਸੂਰ ਸ਼ਹਿਰ ਵਸਾਇਆ ਅਤੇ ਜਿਹੜਾ ਲਹੂ ਸੀ ਇਹਨੇ ਆਪਣੇ ਨਾਮ ਤੇ ਜੋ ਲਾਹੌਰ ਸ਼ਹਿਰ ਵਸਾਉਣਾ ਕੀਤਾ। ਅਧਿਕ ਪੁਰੀ ਤੇ ਦੋ ਬਿਰਾਜੀ। ਆਦਿਕ ਪੁਰੀ ਇਹ ਬੜੀਆਂ ਹੀ ਸੁੰਦਰ ਪੁਰੀਆਂ ਤੇ ਇਹ ਜਿਹੜੀਆਂ ਦੋ ਪੁਰੀਆਂ ਇਹਨਾਂ ਨੇ ਬਣੀਆਂ ਲਾਹੌਰ ਤੇ ਕਸੂਰ ਬੜੀਆਂ ਹੀ ਸੁੰਦਰ ਸਨ। ਨਿਰਖ ਲੰਕ ਅਮਰਾਵਤ ਲਾਜੀ। ਸਤਿਗੁਰੂ ਫਰਮਾਉਂਦੇ ਵੀ ਇਹਨਾਂ ਪੁਰੀਆਂ ਦੋਵਾਂ ਨਗਰਾਂ ਨੂੰ ਸ਼ਹਿਰਾਂ ਨੂੰ ਦੇਖ ਕਰਕੇ ਤੇ ਲੰਕ ਜਿਹੜੀ ਲੰਕਾ ਰਾਵਣ ਦੀ ਅਤੇ ਅਮਰਾਵਤ ਜਿਹੜੀ ਇੰਦਰ ਦੀ ਪੁਰੀ ਹੈ ਇਹ ਵੀ ਉਹਨਾਂ ਦੇ ਅੱਗੇ ਲਜਾਇਮਾਨ ਹੋ ਰਹੀਆਂ ਹਨ। ਭਾਵ ਇਹ ਵੀ ਲਾਹੌਰ ਤੇ ਕਸੂਰ ਦੀ ਪ੍ਰਭਾ ਦੇ ਅੱਗੇ ਇਹ ਫਿੱਕੀਆਂ ਪੈ ਰਹੀਆਂ ਹਨ। ਬਹੁਤ ਕਾਲ ਤਿਨ ਰਾਜ ਕਮਾਇਓ। ਫਿਰ ਇਹਨਾਂ ਦੋਵਾਂ ਰਾਜਿਆਂ ਨੇ ਲਹੂ ਅਤੇ ਕੁਸ਼ੂ ਨੇ ਬੜਾ ਲੰਮਾ ਸਮਾਂ ਰਾਜ ਕੀਤਾ। ਜਾਲ ਕਾਲ ਤੇ ਅੰਤ ਫਸਾਇਓ। ਅੰਤ ਨੂੰ ਇਹ ਵੀ ਫਿਰ ਜਾਲ ਕਾਲ ਜਿਹੜੇ ਕਾਲ ਦਾ ਉਹ ਪਰਮੇਸ਼ਰ ਦਾ ਜਾਲ ਹੈ ਨਾ ਉਸ ਦੇ ਅੰਦਰ ਇਹ ਵੀ ਫਸ ਗਏ। ਇਹਨਾਂ ਦਾ ਵੀ ਅੰਤ ਹੋ ਗਿਆ। ਤਿੰਨ ਤੇ ਪੁੱਤਰ ਪੌਤਰ ਜੇ ਵਏ। ਫਿਰ ਇਹਨਾਂ ਦੇ ਲਹੂ ਅਤੇ ਕੁਸ਼ੂ ਦੇ ਅੱਗੇ ਜੋ ਪੁੱਤਰ ਅਤੇ ਪੋਤਰੇ ਹੋਏ ਰਾਜ ਕਰਤ ਇਹ ਜਗ ਕੋ ਭਏ। ਉਹ ਇਸ ਜਗਤ ਦੇ ਅੰਦਰ ਰਾਜ ਕਰਦੇ ਰਹੇ ਕਾਫੀ ਲੰਮਾ ਸਮਾਂ। ਕਹਾਂ ਲਗੇ ਤੇ ਬਰਨ ਸੁਨਾਉ। ਸਤਿਗੁਰੂ ਕਹਿੰਦੇ ਵੀ ਜੇਕਰ ਮੈਂ ਇਹਨਾਂ ਦੇ ਫਿਰ ਅੱਗੇ ਤੋਂ ਅੱਗੇ ਜਿਹੜੇ ਪੁੱਤਰ ਪੋਤਰੇ ਹੋਏ ਜੇਕਰ ਉਹਨਾਂ ਦੀ ਮੈਂ ਕਥਾ ਸੁਣਾਉਣ ਲੱਗ ਪਿਆ ਤਿਨਕੇ ਨਾਮ ਨ ਸੰਖਿਆ ਭਾਉ। ਉਹਨਾਂ ਦੀ ਤਾਂ ਸੰਖਿਆ ਹੀ ਨਹੀਂ ਪਾਈ ਜਾ ਸਕਦੀ। ਇਤਨੇ ਇਹ ਬੇਅੰਤ ਰਾਜੇ ਹੋਏ ਅੱਗੇ ਦੀ ਅੱਗੇ। ਹੋਂਤ ਚਹੂੰ ਜੁਗ ਮੈਂ ਜੇ ਆਏ। ਤੇ ਜਿਹੜੇ ਇਹ ਚਾਰਾਂ ਯੁੱਗਾਂ ਦੇ ਅੰਦਰ ਫਿਰ ਇਹਨਾਂ ਦਾ ਜੋ ਚਾਰ ਯੁੱਗਾਂ ਦੇ ਅੰਦਰ ਹੀ ਇਹ ਰਾਜ ਇਹਨਾਂ ਦਾ ਚੱਲਦਾ ਆਇਆ। ਬੜਾ ਲੰਮਾ ਸਮਾਂ ਇਹਨਾਂ ਨੇ ਰਾਜ ਕੀਤਾ। ਤਿਨਕੇ ਨਾਮ ਨ ਜਾਤ ਤੇ ਗਨਾਏ। ਇਹਨਾਂ ਦੇ ਜਿਹੜੇ ਨਾਮ ਇਹ ਗਿਣਾਏ ਨਹੀਂ ਜਾ ਸਕਦੇ। ਜਿਹੜੇ ਰਾਮ ਦੇ ਪੁੱਤਰ ਲਹੂ ਕੁਸ਼ੂ ਤੇ ਇਹਨਾਂ ਦੇ ਅੱਗੇ ਜਿਹੜੇ ਫਿਰ ਪੁੱਤਰ ਪੋਤਰੇ ਹੋਏ ਉਹਨਾਂ ਨੇ ਰਾਜ ਕੀਤਾ ਧਰਤੀ ਤੇ। ਸਤਿਗੁਰੂ ਕਹਿੰਦੇ ਵੀ ਇਹਨਾਂ ਦੇ ਨਾਮ ਗਿਣਾ ਕੇ ਨਹੀਂ ਦੱਸੇ ਜਾ ਸਕਦੇ। ਜੋ ਅਬ ਤਉ ਕਿਰਪਾ ਬਲ ਪਾਉ। ਜੋ ਅਬ ਤਉ ਕਿਰਪਾ ਬਲ ਪਾਉ ਕਿ ਜੇਕਰ ਹੇ ਪਰਮੇਸ਼ਰ ਤੁਹਾਡੀ ਬਲ ਕਿਰਪਾ ਮੈਂ ਪ੍ਰਾਪਤ ਕਰਾਂ। ਨਾਮ ਜਥਾਮਤ ਭਾਖ ਸੁਨਾਉ। ਤੇ ਇਹਨਾਂ ਦੇ ਹੁਣ ਮੈਂ ਕੁਝ ਨਾਮ ਜਿਹੜੇ ਹਨ ਭਾਖ ਦੱਸ ਕਰਕੇ ਤੇ ਵਰਣਨ ਕਰ ਰਿਹਾ ਹਾਂ। ਕਾਲ ਕੇਤ ਅਰ ਕਾਲ ਰਾਏ ਭਨ। ਸਤਿਗੁਰੂ ਫਰਮਾਉਂਦੇ ਕਿ ਜਿਹੜਾ ਕੁਸ਼ੂ ਰਾਜਾ ਹੋਇਆ ਇਸ ਦਾ ਪੁੱਤਰ ਅੱਗੇ ਕਾਲ ਕੇਤ ਹੋਇਆ ਅਤੇ ਜਿਹੜਾ ਲਹੂ ਰਾਜਾ ਸੀ ਇਸ ਦਾ ਪੁੱਤਰ ਜੋ ਕਾਲ ਰਾਏ ਹੋਇਆ। ਜਿਨ ਤੇ ਭਏ ਪੁੱਤਰ ਕਰ ਅਨਗਨ। ਤੇ ਇਹਨਾਂ ਦੇ ਅੱਗੇ ਫਿਰ ਜਿਹੜੇ ਪੁੱਤਰ ਅਣਗਣ ਅਨੇਕਾਂ ਹੀ ਅਣਗਿਣਤ ਹੀ ਪੁੱਤਰ ਪੈਦਾ ਹੋਏ। ਕਾਲ ਕੇਤ ਭਇਓ ਬਲੀ ਅਪਾਰਾ। ਹੁਣ ਇੱਥੇ ਸਤਿਗੁਰੂ ਫਰਮਾਉਂਦੇ ਵੀ ਕਾਲ ਕੇਤ ਜਿਹੜਾ ਸੀ ਬੜਾ ਬਲੀ ਹੋਇਆ ਅਪਾਰ ਹੋਇਆ। ਜਿਹੜਾ ਕੁਸ਼ੂ ਦਾ ਪੁੱਤਰ ਜਿਨ੍ਹਾਂ ਨੇ ਕਸੂਰ ਵਸਾਇਆ ਸੀ ਕਸੂਰ ਸ਼ਹਿਰ ਉਸ ਦੇ ਪੁੱਤਰ ਜੋ ਸਨ ਉਹ ਬੜੇ ਬਲਸ਼ਾਲੀ ਹੋਏ। ਕਾਲ ਰਾਏ ਜਿਨ ਨਗਰ ਨਿਕਾਰਾ। ਇਤਨੇ ਬਲਸ਼ਾਲੀ ਹੋ ਗਏ ਕਿ ਇਹਨਾਂ ਨੇ ਫਿਰ ਜਿਹੜੇ ਲਹੂ ਦੇ ਜਿਨ੍ਹਾਂ ਨੇ ਲਾਹੌਰ ਵਸਾਇਆ ਸੀ ਉਹਨਾਂ ਦੇ ਪੁੱਤਰਾਂ ਨੂੰ ਫਿਰ ਇਹਨਾਂ ਨੇ ਉਸ ਲਾਹੌਰ ਤੋਂ ਕੱਢ ਦਿੱਤਾ। ਉਹਨਾਂ ਦੇ ਸ਼ਹਿਰ ਤੋਂ ਲਾਹੌਰ ਤੋਂ ਇਹਨਾਂ ਨੇ ਕੱਢ ਦਿੱਤਾ ਕਸੂਰ ਦੇ ਸ਼ਹਿਰ ਵਾਲਿਆਂ ਨੇ। ਭਾਜ ਸਨੌਡ ਦੇਸ ਤੇ ਗਏ। ਇਹ ਫਿਰ ਜਿਹੜੇ ਲਹੂ ਦੇ ਪੁੱਤਰ ਜਿਨ੍ਹਾਂ ਨੇ ਲਾਹੌਰ ਵਸਾਇਆ ਸੀ ਉਹਨਾਂ ਨੂੰ ਲਾਹੌਰ ਦੇ ਵਿੱਚੋਂ ਕੱਢ ਦਿੱਤਾ ਤੇ ਇਹ ਫਿਰ ਭਾਜ ਸਨੌਡ ਦੇਸ ਤੇ ਗਏ। ਇਹ ਸਨੌਡ ਦੇਸ ਵੱਲ ਭੱਜ ਕੇ ਚਲਾ ਗਿਆ ਜਿਹੜਾ ਇਹ ਪੁੱਤਰ ਸੀ। ਤਹੀ ਭੂਪਜਾ ਵਿਆਹਤ ਭਏ। ਉੱਥੇ ਸਨੌੜ ਦੇਸ਼ ਜਾ ਕੇ ਇਸ ਨੇ ਫਿਰ ਰਾਜਕੁਮਾਰੀ ਦੇ ਨਾਲ ਸ਼ਾਦੀ ਕਰਵਾਈ। ਤਿਹ ਤੇ ਪੁੱਤਰ ਭਿਓ ਜੋ ਧਾਮਾ। ਫਿਰ ਉਸ ਸਨੌੜ ਦੇਸ਼ ਦੇ ਅੰਦਰ ਜਿਹੜਾ ਇਸ ਦਾ ਪੁੱਤਰ ਇੱਕ ਪੈਦਾ ਹੋਇਆ ਸੋਢੀ ਰਾਏ ਧਰਾ ਤਿਹ ਨਾਮਾ। ਸੋਢੀ ਰਾਏ ਫਿਰ ਉਸ ਦਾ ਨਾਮ ਰੱਖਿਆ ਗਿਆ। ਬੰਸ ਸਨੌਡ ਤਾਂ ਦਿਨ ਤੇ ਥੀਆ। ਸਤਿਗੁਰੂ ਫਰਮਾਉਂਦੇ ਇਸ ਤੋਂ ਫਿਰ ਜਿਹੜਾ ਸਨੌੜ ਨਾਮ ਜਿਹੜਾ ਰੱਖਿਆ ਗਿਆ ਸੀ ਇਸ ਪੁੱਤਰ ਦਾ ਇੱਥੋਂ ਫਿਰ ਇਹ ਸੋਢੀ ਬੰਸ ਜਿਹੜੀ ਸਨੌੜ ਬੰਸ ਆਰੰਭ ਹੋਈ ਇੱਥੋਂ ਚੱਲੀ। ਪਰਮ ਪਵਿੱਤਰ ਪੁਰਖ ਜੋ ਕੀਆ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਵੀ ਇਸ ਕੁਲ ਨੂੰ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜੋ ਸੋਢੀ ਕੁਲ ਦੇ ਅੰਦਰ ਜੰਮੇ ਪ੍ਰਕਾਸ਼ ਹੋਇਆ ਉਹਨਾਂ ਦਾ ਉਹਨਾਂ ਨੇ ਫਿਰ ਇਸ ਕੁਲ ਨੂੰ ਪਵਿੱਤਰ ਕਰਨਾ ਕੀਤਾ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਵੱਲ ਇਸ਼ਾਰਾ ਕਰਕੇ ਦੱਸ ਰਹੇ ਹਨ। ਤਾਤੇ ਪੁੱਤਰ ਪੋਤਰ ਹੋਏ ਆਏ। ਫਿਰ ਇਹਨਾਂ ਦੇ ਸੋਢੀ ਵੰਸ਼ ਦੇ
ਅੰਦਰ ਜਿਹੜਾ ਸਨੌੜ ਦੇਸ਼ ਵੱਲ ਭੱਜ ਗਿਆ ਸੀ, ਜੋ ਲਾਹੌਰ ਦਾ, ਜਿਹਨੂੰ ਲਾਹੌਰ ਤੋਂ ਕੱਢ ਦਿੱਤਾ, ਉਹ ਸਨੌੜ ਦੇਸ਼ ਵਿੱਚ ਵਸ ਗਿਆ। ਉੱਥੇ ਉਹਦਾ ਪੁੱਤਰ ਜੋ ਸੋਢੀ ਰਾਏ ਪੈਦਾ ਹੋਇਆ, ਉੱਥੋਂ ਸੋਢ ਵੰਸ਼ ਚੱਲੀ। ਫਿਰ ਸਤਿਗੁਰੂ ਕਹਿੰਦੇ ਇਹਨਾਂ ਦੇ ਅੱਗੇ ਜੋ ਪੁੱਤਰ ਪੋਤਰੇ ਹੋਏ ਤੇ ਸੋਢੀ ਸਭ ਜਗਤ ਕਹਾਏ। ਸਾਰੇ ਜਗਤ ਦੇ ਵਿੱਚ ਇਹ ਸੋਢੀ ਕਹਾਏ, ਫਿਰ ਇਹ ਬੜੇ ਪ੍ਰਸਿੱਧ ਹੋਏ। ਜਗ ਮੈਂ ਅਧਿਕ ਸੋ ਭਏ ਪ੍ਰਸੁਤਰਾ ਪ੍ਰਿਸਤਾ। ਪ੍ਰਸਿੱਧਾ ਜਗ ਮੈਂ ਅਧਿਕ ਸੋ ਭਏ ਪ੍ਰਸਿੱਧਾ, ਇਹ ਜਗਤ ਦੇ ਵਿੱਚ ਸੋਢੀ ਕੁਲ ਜਿਹੜੀ ਸੀ ਬੜੀ ਪ੍ਰਸਿੱਧ, ਬੜੀ ਪ੍ਰਤਾਪਸ਼ਾਲੀ ਹੋਈ। ਦਿਨ ਦਿਨ ਤਿਨਕੇ ਧਨ ਕੀ ਬ੍ਰਿਧਾ। ਦਿਨ ਦਿਨ ਕਰਕੇ ਇਹਨਾਂ ਦੇ ਧਨ ਦੀ ਜਿਹੜੀ ਬ੍ਰਿਧਾ ਸੀ, ਭੰਡਾਰੇ ਸੀ, ਧਨ ਦੇ ਭੰਡਾਰੇ ਇਹਨਾਂ ਦੇ ਭਰਦੇ ਗਏ, ਵੱਧਦੇ ਗਏ। ਰਾਜ ਕਰਤ ਭਏ ਵਿਵਿਧ ਪ੍ਰਕਾਰਾ। ਤੇ ਵਿਵਿਧ ਬੜੀ ਭਾਂਤ ਭਾਂਤ ਪ੍ਰਕਾਰਾਂ ਨਾਲ ਫਿਰ ਇਹਨਾਂ ਨੇ ਰਾਜ ਕੀਤਾ। ਦੇਸ ਦੇਸ ਕੇ ਜੀਤ ਨਿਰਪਾਰਾ। ਇਹਨਾਂ ਸੋਢੀਆਂ ਨੇ ਫਿਰ ਦੇਸ ਦੇ ਜਿਹੜੇ ਰਾਜੇ ਸਨ ਸਾਰਿਆਂ ਨੂੰ ਜਿੱਤ ਕੇ ਅਧੀਨ ਕਰ ਲਿਆ। ਜਹਾਂ ਤਹਾਂ ਤਹ ਧਰਮ ਚਲਾਇਓ। ਜਹਾਂ ਤਹਾਂ ਹਰ ਪਾਸੇ ਇਹਨਾਂ ਨੇ ਆਪਣਾ ਧਰਮ ਚਲਾਇਆ। ਫਿਰ ਅਤਰ ਪੱਤਰ ਕਹ ਸੀਸ ਟੁਰਾਇਓ। ਕਹਿ ਸੀਸ ਕਹਿ ਕੇ ਤੇ ਅਤਰ ਪੱਤਰ, ਅਤਰ ਚੌਰ ਤੇ ਪੱਤਰ ਛੱਤਰ ਇਹਨਾਂ ਨੇ ਕਹਿ ਕੇ ਆਪਣੇ ਸਿਰ ਉੱਤੇ ਚਲਾਏ। ਰਾਜ ਸੂ ਬਹੁ ਬਾਰਨ ਕੀਏ। ਰਾਜਸੂ ਜਗ ਇਹਨਾਂ ਨੇ ਬਹੁਤ ਵਾਰੀ ਬੜੀ ਵਾਰ ਕਰਨਾ ਕੀਤੇ। ਜੀਤ ਜੀਤ ਦੇਸੇ ਸਵਰ ਲੀਏ। ਤੇ ਸੇਸਵਰ ਲਈਏ ਇਹਨਾਂ ਨੇ ਜਿੱਤ ਕੇ ਤੇ ਸਾਰੇ ਹੀ ਦੇਸ਼ਾਂ ਉੱਤੇ ਕਬਜ਼ਾ ਕਰ ਲਿਆ। ਬਾਜ ਮੇਤ ਬਹੁ ਬਾਰਨ ਕਰੇ। ਬਾਜ ਮੇਰ ਜਗ ਜਿਹੜਾ ਅਸਮੇਰ ਜੱਗ ਹੈ, ਬਹੁਤ ਵਾਰ ਬੜੀ ਵਾਰ ਇਹਨਾਂ ਨੇ ਕੀਤਾ। ਸਕਲ ਕਲੂਖ ਨਿਜ ਕੁਲ ਕੇ ਇਸ ਰਹਿਰੇ। ਨਿਜ ਕੁਲ ਕੇ ਹਰੇ, ਇਸ ਪ੍ਰਕਾਰ ਇਹਨਾਂ ਨੇ ਜਿਹੜੀ ਆਪਦੀ ਕੁਲ ਦੇ, ਸੋਢੀ ਕੁਲ ਦੇ ਜਿਹੜੇ ਕਲੂਖਣ, ਜਿਹੜੇ ਪਾਪ ਸਨ, ਇਸ ਪ੍ਰਕਾਰ ਉਹਨਾਂ ਨੇ ਸਾਰੇ ਨਿਵਾਰ ਲਏ। ਬਹੁਰ ਬੰਸ ਮੈਂ ਵੱਡੋ ਵਿਖਾਦਾ। ਸਤਿਗੁਰੂ ਬਖਸ਼ਿਸ਼ ਕਰਦੇ। ਫਿਰ ਇਹ ਬੰਸ ਦੇ ਅੰਦਰ ਬੜਾ ਵਿਖਾਦ, ਜਿਹੜਾ ਝਗੜਾ ਸੀ, ਉਹ ਵੱਧ ਗਿਆ। ਕਿਉਂਕਿ ਇਹਨਾਂ ਦੇ ਪਾਸ, ਕਿਉਂਕਿ ਇਹਨਾਂ ਨੂੰ ਲਾਹੌਰ ਵਿੱਚੋਂ ਕੱਢ ਦਿੱਤਾ ਗਿਆ ਸੀ, ਤੇ ਇਹਨਾਂ ਨੇ ਹੁਣ ਸੋਢੀਆਂ ਨੇ ਜਿਸ ਸਮੇਂ ਬਲ ਪ੍ਰਾਪਤ ਕੀਤਾ, ਇਹਨਾਂ ਕੋਲ ਤਾਕਤ ਆ ਗਈ, ਇਹਨਾਂ ਕੋਲ ਧਨ ਆ ਗਿਆ, ਤੇ ਹੁਣ ਇਹਨਾਂ ਵਿਚਾਰ ਕੀਤੇ ਕਿ ਸਾਡੇ ਪੁਰਖਿਆਂ ਨੂੰ, ਸਾਡੇ ਪਿਓ ਨੂੰ ਉਹਨਾਂ ਕਸੂਰ ਵਾਲਿਆਂ ਨੇ ਕੱਢ ਦਿੱਤਾ ਸੀ, ਲਾਹੌਰ ਤੇ ਕਬਜ਼ਾ ਕਰ ਲਿਆ ਸੀ, ਅਸੀਂ ਹੁਣ ਉਹ ਲਾਹੌਰ ਆਪਦਾ ਵਾਪਸ ਲੈਣਾ ਹੈ। ਇਸ ਪ੍ਰਕਾਰ ਦੇ ਨਾਲ ਇੱਕ ਕੁਸੂ ਦੇ ਪੁੱਤਰਾਂ ਵਿੱਚ ਤੇ ਲਹੂ ਦੇ ਪੁੱਤਰਾਂ ਵਿੱਚ ਇਹ ਬੜਾ ਵਿਖਾਦ, ਬੜਾ ਝਗੜਾ ਵੱਧ ਗਿਆ। ਮੇਟ ਨਾ ਸਕਾ ਕਉ ਤੇ ਸਾਦਾ। ਕੋਈ ਵੀ ਸਾਧਨ ਇਹਨਾਂ ਦੇ ਝਗੜੇ ਨੂੰ ਮੇਟ ਨਾ ਸਕਿਆ, ਕੋਈ ਸੁਲਝਾ ਨਾ ਸਕਿਆ। ਇਹ ਕਹਿੰਦੇ ਵੀ ਅਸੀਂ ਤਾਂ ਕਬਜ਼ਾ ਆਪਦਾ ਲਾਹੌਰ ਜਿਹੜਾ ਇਹ ਵਾਪਸ ਲੈਣਾ ਹੀ ਲੈਣਾ ਹੈ। ਵਿਚਰੇ ਵੀਰ ਬਨੈਤ ਖੰਡਲ। ਹੁਣ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਵੀ ਇੱਥੇ ਇਹਨਾਂ ਦਾ ਜੰਗ ਜਿਹੜਾ ਸ਼ੁਰੂ ਹੋ ਗਿਆ। ਕਿਉਂਕਿ ਜਿਹੜੇ ਕਸੂਰ ਵਾਲੇ ਸੀਗੇ, ਜਿਨ੍ਹਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਸੀ ਤੇ ਇਹਨਾਂ ਨੂੰ ਕੱਢਿਆ ਹੋਇਆ ਸੀ, ਉਹ ਕਹਿੰਦੇ ਵੀ ਅਸੀਂ ਆਪਦਾ ਕਬਜ਼ਾ ਛੱਡਣਾ ਨਹੀਂ। ਤੇ ਇਹ ਜਿਨ੍ਹਾਂ ਨੂੰ ਲਾਹੌਰ ਤੋਂ ਕੱਢ ਦਿੱਤਾ ਗਿਆ ਸੀ, ਇਹਨਾਂ ਨੇ ਸੋਢੀ ਵੰਸ਼ ਜਿਹੜੀ ਚਲਾਈ। ਇਹ ਸੋਢੀ ਕਹਿਣ ਲੱਗੇ ਕਿ ਅਸੀਂ ਆਪਦਾ ਲਾਹੌਰ ਵਾਪਸ ਲੈਣਾ ਹੈ, ਜਿਹੜਾ ਸਾਡੇ ਪਿਓ ਨੇ ਵਸਾਇਆ ਸੀ। ਇਸ ਪ੍ਰਕਾਰ ਇਹਨਾਂ ਦੇ ਵਿੱਚ ਫਿਰ ਜੰਗ ਜਿਹੜਾ ਆਰੰਭ ਹੋ ਗਿਆ। ਵਿਚਰੇ ਵੀਰ, ਜਿਹੜੇ ਵੀਰ ਯੋਧੇ ਸਨ, ਫਿਰ ਇਹ ਵਿਚਰਨ ਲੱਗ ਪਏ। ਮਲ ਲੱਥੇ ਲੈਂਦੇ ਫੇਰੀਆਂ, ਗੁਰਬਾਣੀ ਵਿੱਚ ਆਉਂਦਾ। ਇਸ ਪ੍ਰਕਾਰ ਇਹ ਫੇਰੀਆਂ ਲੈਣ ਲੱਗ ਪਏ ਜਿਹੜੇ ਯੋਧੇ। ਬਨੈਤ ਅਖੰਡਲ, ਬਨੈਤ ਐਨ ਬਣ ਠਣ ਕੇ ਪੂਰਾ, ਅਖੰਡਲ ਇੰਦਰ ਦੇਵਤਾ ਵਾਂਗ ਜਿਵੇਂ ਉਹ ਬਣ ਠਣ ਕੇ ਰਹਿੰਦਾ ਹੈ, ਅਥਵਾ ਜਿਹੜਾ ਅਖੰਡਲ, ਅਖੰਡ ਸੂਰਮੇ ਜਿਹੜੇ ਨਾ ਹਾਰਨ ਵਾਲੇ, ਐਸੇ ਬਣ ਠਣ ਕੇ ਤੇ ਫਿਰ ਜੰਗ ਮੈਦਾਨ ਲਈ ਤਿਆਰ ਹੋਣ ਲੱਗੇ। ਗਹਿ ਗਹਿ ਚਲੇ ਭਿਰਨ ਰਨ ਮੰਡਲ। ਗਹਿ ਗਹਿ ਫੜ ਕੇ ਸ਼ਸਤਰ ਲੈ ਕੇ ਤੇ ਭਿਰਨ ਰਣ ਮੰਡਲ, ਰਣ ਮੈਦਾਨ ਅੰਦਰ ਫਿਰ ਭਿੜਨ ਨੂੰ, ਇਹ ਯੁੱਧ ਕਰਨ ਨੂੰ ਚੱਲ ਪਏ। ਗਹਿ ਗਹਿ ਚੱਲੇ, ਐ ਖਹਿ ਕੇ ਇੱਕ ਦੂਜੇ ਦੇ ਨਾਲ ਚੱਲ ਰਹੇ ਹਨ, ਇੱਕ ਤੋਂ ਦੂਜੇ ਤੋਂ ਮੂਹਰੇ ਹੋ ਕੇ ਚੱਲ ਰਹੇ ਹਨ ਜੰਗ ਨੂੰ ਜਾਣ ਵਾਸਤੇ। ਧਨ ਅਰ ਭੂਮ ਪੁਰਾਤਨ ਬੈਰਾ। ਇੱਥੇ ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਵੀ ਜਿਹੜਾ ਧਨ ਹੈ, ਪੈਸਾ ਅਤੇ ਭੂਮ, ਜਿਹੜੀ ਪ੍ਰਿਥਵੀ ਧਰਤੀ ਦੇ ਉੱਪਰ ਕਬਜ਼ਾ ਕਰਨਾ, ਇਹ ਇਹਨਾਂ ਨੇ ਸ਼ੁਰੂ ਤੋਂ ਹੀ, ਇਸ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਇਹਨਾਂ ਨੇ ਵੈਰ ਰਚੇ ਹੋਏ ਹਨ। ਇਹਨਾਂ ਕਰਕੇ ਹੀ ਜੋ ਇਸ ਜੰਗਾਂ ਹੋਈਆਂ, ਜੰਗ ਯੁੱਧ ਹੋਏ, ਇਹਨਾਂ ਕਰਕੇ ਧਨ ਅਤੇ ਭੂਮ ਕਰਕੇ ਹੀ ਇਹ ਜੋ ਵੈਰ ਬਹੁਤ ਵਧੇ। ਜਿਨ ਕਾ ਮੂਆ ਕਰਤ ਜਗ ਘੇਰਾ। ਇਹ ਸਾਰਾ ਹੀ ਜਗਤ ਜਿਹੜਾ ਇਹ ਕਰਤ ਜਗ ਘੇਰਾ, ਵੀ ਇਹ ਧਰਤੀ ਦਾ ਘੇਰਾ ਕਰਦਾ, ਧਰਤੀ ਦੇ ਕਬਜ਼ਾ ਕਰਦਾ ਸਾਰਾ ਜਗਤ ਮਰ ਗਿਆ। ਮੋਹ ਬਾਦ ਅਹੰਕਾਰ ਪਸਾਰਾ। ਮੋਹ ਦਾ ਅਤੇ ਅਹੰਕਾਰ ਦਾ ਪਸਾਰਾ ਇਤਨਾ ਇਸ ਸ੍ਰਿਸ਼ਟੀ ਅੰਦਰ ਵੱਧ ਗਿਆ ਕਿ ਵੱਡੇ ਵੱਡੇ ਜੰਗ ਯੁੱਧ ਇਸ ਮੋਹ ਤੇ ਅਹੰਕਾਰ ਕਰਕੇ ਹੋਏ। ਕਾਮ ਕ੍ਰੋਧ ਜੀਤਾ ਜਗ ਸਾਰਾ। ਅਤੇ ਸ੍ਰਿਸ਼ਟੀ ਨੂੰ ਕਾਮ ਨੇ ਅਤੇ ਕ੍ਰੋਧ ਨੇ ਜਿੱਤਿਆ, ਸਾਰੀ ਇਸ ਦੇ ਅਧੀਨ ਹੋਈ ਹੈ। ਦੋਹਰਾ
ਧਨ 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 ਕੋ ਭਾਖੀਐ। ਸਤਿਗੁਰੂ ਆਦੇ ਵੀ ਧਨ, ਜਿਹੜਾ ਧਨ ਮਾਇਆ ਹੈ ਨਾ, ਅਤੇ ਉਸ ਪਰਮੇਸ਼ਰ ਦੀ ਮਾਇਆ ਜੋ ਪ੍ਰਭਤਾ ਧਨ ਹੈ, ਉਸ ਨੂੰ ਸਤਿਗੁਰੂ ਕਹਿੰਦੇ ਵੀ ਧਨ ਧਨ ਹੀ ਕਹਿਣਾ ਚਾਹੀਦਾ ਹੈ। ਜਾ ਕਾ ਜਗਤ ਗੁਲਾਮ, ਜਿਸ ਦਾ ਸਾਰਾ ਜਗਤ ਹੀ ਗੁਲਾਮ ਹੈ, ਇਸ ਧਨ ਦਾ ਸਾਰਾ ਜਗਤ ਗੁਲਾਮ ਹੈ, ਸਤਿਗੁਰੂ ਕਹਿੰਦੇ ਇਹਨੂੰ ਵੀ ਧਨ ਧਨ ਹੀ ਕਹਿਣਾ ਚਾਹੀਦਾ ਹੈ। ਸਭ ਨਿਰਖਤ ਯਾ ਕੋ ਫਿਰੈ। ਜਿਸ ਨੂੰ ਇਹ ਜਿਹੜੇ ਧਨ ਨੂੰ ਸਾਰੀ ਹੀ ਦੁਨੀਆ ਨਿਰਖਤ ਲੱਭਦੀ ਫਿਰਦੀ ਹੈ, ਇਸੇ ਦੌੜ ਵਿੱਚ ਲੱਗੀ ਹੈ, ਇਸ ਨੂੰ ਇਕੱਠਾ ਕਰਨ ਵਿੱਚ ਲੱਗੀ ਹੈ ਸਾਰੀ ਸ੍ਰਿਸ਼ਟੀ। ਸਭ ਚਲ ਕਰਤ ਸਲਾਮ, ਤੇ ਫਿਰ ਜੇ ਧਨਵਾਨ ਜਿਹਦੇ ਕੋਲ ਇਹ ਧਨ ਆ ਜਾਵੇ ਤੇ ਸਭ ਚੱਲ ਸਾਰੇ ਜਾ ਕਰ ਫਿਰ ਉਸ ਨੂੰ ਸਲਾਮਾਂ ਕਰਦੇ ਹਨ। ਇਹ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਚੌਪਈ ਕਾਲ ਨਾ ਕਉ ਕਰਨ ਸੁਮਾਰਾ। ਕਾਲ ਨਾ ਕੋ, ਉਸ ਕਾਲ ਪਰਮੇਸ਼ਰ ਦਾ, ਜਿਹੜੀ ਉਸ ਪਰਮੇਸ਼ਰ ਦੀ ਮਾਇਆ ਹੈ, ਉਸ ਦਾ ਸੁਮਾਰਾ, ਉਸ ਦੀ ਗਿਣਤੀ, ਉਸ ਦਾ ਕੋਈ ਵਰਣਨ ਨਹੀਂ ਕਰਕੇ ਦੱਸ ਸਕਿਆ, ਕਿਤਨੀ ਉਹ ਵਿਸ਼ਾਲ ਹੈ। ਬੈਰ ਬਾਦ ਅਹੰਕਾਰ ਪਸਾਰਾ। ਇਸ ਅਹੰਕਾਰ ਨੇ, ਇਸ ਮਾਇਆ ਦੇ ਅਹੰਕਾਰ ਨੇ ਜਿਹੜਾ ਵੈਰ ਅਤੇ ਬਾਦ, ਲੜਾਈ ਝਗੜੇ ਪੈਦਾ ਕਰਨ ਦਾ ਇਹ ਮੂਲ ਮੁੱਢ ਹੈ। ਲੋਭ ਮੂਲ ਇਹ ਜਗ ਕੋ ਹੁਆ। ਜਿਹੜਾ ਮੂਲ ਹੈ ਨਾ ਲੋਭ, ਸਤਿਗੁਰੂ ਨੇ ਫਰਮਾਇਆ ਲੱਭ ਕੁੱਤਾ ਕੂੜ ਚੂਹੜਾ। ਜਿਹੜਾ ਲੋਭ ਦਾ ਕੁੱਤਾ ਹੈ ਨਾ, ਇਹ ਜਿਹੜਾ ਮੂਲ ਹੈ ਇਸ ਜਗਤ ਦੇ ਅੰਦਰ, ਜੋ ਜੰਗ ਯੁੱਧ ਹੋਏ। ਜਾਸੋ ਚਾਹਤ ਸਬੈ ਕੋ ਮੋਆ। ਜਿਸ ਧਨ ਨੂੰ ਚਾਹੁੰਦਾ ਹੋਇਆ ਸਾਰਾ ਹੀ ਜਗਤ ਮਰ ਗਿਆ, ਸਾਰਾ ਹੀ ਜਗਤ ਇਸ ਨੂੰ ਇਕੱਠਾ ਕਰਨ ਦੇ ਚੱਕਰ ਦੇ ਅੰਦਰ ਹੀ ਇਸ ਸ੍ਰਿਸ਼ਟੀ ਤੋਂ ਚਲਾ ਗਿਆ। ਇਤ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸ਼ੁਭ ਬੰਸ ਵਰਣਨ। ਇੱਥੇ ਸਤਿਗੁਰੂ ਇੱਥੇ ਦੂਸਰਾ ਅਧਿਆਇ ਦੀ ਇੱਥੇ ਸੰਪੂਰਨਤਾ ਕਰ ਰਹੇ ਹਨ। ਸ਼ੁਭ ਬੰਸ, ਜਿਹੜੀ ਸੋਢ ਬੰਸ ਹੈ ਸਤਿਗੁਰਾਂ ਦੀ, ਇਹ ਉਸ ਨੂੰ ਸਤਿਗੁਰਾਂ ਨੇ ਵਰਣਨ ਕਰਕੇ ਦੱਸਿਆ ਹੈ ਇਸ ਦੇ ਅੰਦਰ ਕਿ ਕਿੱਥੋਂ ਇਹ ਪਹਿਲਾ ਰਾਜਾ ਕੌਣ ਹੋਇਆ, ਸ੍ਰਿਸ਼ਟੀ ਕਿਵੇਂ ਬਣੀ, ਅਤੇ ਇਹ ਜੋ ਸੂਰਜ ਵੰਸ਼, ਅੱਗੋਂ ਉਸ ਤੋਂ ਬਾਅਦ ਰਘੂ ਵੰਸ਼, ਤੇ ਉਹਨਾਂ ਦੇ ਵਿੱਚੋਂ ਫਿਰ ਜਿਹੜੀ ਇਹ ਸੋਢ ਬੰਸ ਚੱਲੀ, ਇਹ ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ। ਨਾਮ ਦੁਤੀਆ ਧਿਆਏ ਸਮਾਪਤ ਮਸਤ ਸ਼ੁਭ ਮਸਤੂ। ਇੱਥੇ ਦੂਸਰਾ ਅਧਿਆਏ ਸੰਪੂਰਨ ਹੁੰਦਾ ਹੈ। ਅਤੇ ਸਤਿਗੁਰੂ ਅੱਗੇ ਹੁਣ ਤੀਸਰੇ ਅਧਿਆਏ ਦੇ ਅੰਦਰ ਇਹ ਜਿਹੜਾ ਲਵੂ ਅਤੇ ਕੁਸ਼ੂ ਦੇ ਅੱਗੇ ਸੰਤਾਨਾਂ ਦੇ ਅੰਦਰ ਜੋ ਜੰਗ ਯੁੱਧ ਹੋਇਆ, ਲੜਾਈ ਝਗੜਾ ਵੱਧ ਗਿਆ ਸੀ, ਉਹ ਫਿਰ ਸਤਿਗੁਰੂ ਇੱਥੇ ਵਰਣਨ ਕਰ ਰਹੇ ਹਨ। ਭੁਜੰਗ ਭਰਿਆਤ ਛੰਦ ਰਚਾ ਬੈਰ ਬਾਦੰਗ ਵਿਧਾਤੇ ਅਪਾਰੰਗ। ਉਸ ਵਿਧਾਤੇ ਪਰਮੇਸ਼ਰ ਨੇ ਇਸ ਪ੍ਰਕਾਰ ਨਾਲ ਇਹਨਾਂ ਦੋਵਾਂ ਕੁੱਲਾਂ ਦੇ ਅੰਦਰ, ਇਹਨਾਂ ਦੋਵਾਂ ਦੇ ਅੰਦਰ ਜਿਹੜਾ ਬੈਰ ਇਤਨਾ ਕੁ ਵਧਾ ਦਿੱਤਾ। ਜਿਸੈ ਸਾਧ ਸਾਕਿਓ ਨਾ ਕੋ ਸੁਧਾਰੰ। ਕੋ ਸੁਧਾਰੰ, ਜਿਹੜਾ ਸੁਧਾਰੰ ਹੁੰਦੇ ਹੈ ਨਾ ਸਾਧ ਸੰਗਤ, ਜਿਸ ਸਮੇਂ ਕੋਈ ਦੋ ਧਿਰਾਂ ਦੇ ਅੰਦਰ ਲੜਾਈ ਹੋ ਜਾਵੇ ਤਾਂ ਵਿੱਚ ਤੀਸਰਾ ਬੰਦਾ ਪੈ ਕਰਕੇ ਉਸ ਨੂੰ ਲੜਾਈ ਨੂੰ ਸੁਧਾਰਦਾ ਹੈ, ਉਸ ਨੂੰ ਸੁਧਾਰਕ ਕਹਿੰਦੇ ਹਨ। ਤਾਂ ਉਹ ਸਤਿਗੁਰੂ ਕਹਿੰਦੇ ਵੀ ਕੋਈ ਵੀ ਇਹੋ ਜਿਹਾ ਸੁਧਾਰਕ ਇਸ ਲੜਾਈ ਨੂੰ ਸੁਧਾਰ ਨਹੀਂ ਸਕਿਆ, ਖਤਮ ਹੱਲ ਨਹੀਂ ਕਰ ਸਕਿਆ। ਬਲੀ ਕਾਮ ਰਾਯੰਗ ਮਹਾਲੋਭ ਮੋਹੰ। ਜਿਹੜਾ ਮੋਹ ਰੂਪ ਰਾਜਾ ਹੈ ਨਾ, ਇਸ ਦੇ ਬਲੀ ਯੋਧੇ ਜਿਹੜੇ ਕਾਮ ਅਤੇ ਲੋਭ ਹੈ, ਇਸ ਦੇ ਬੜੇ ਤਕੜੇ ਯੋਧੇ ਹਨ। ਗਇਓ ਕੌਣ ਬੀਰੰਗ ਸੂਇਆ ਤੇ ਅਲੋਹੰ। ਅਲੋਹੰ, ਕੌਣ ਇਹਨਾਂ ਤੋਂ ਸੁੱਕਾ ਬਚ ਕੇ ਗਿਆ ਹੈ? ਸਾਰਿਆਂ ਤੇ ਹੀ ਇਹਨਾਂ ਨੇ ਕਾਮ, ਕ੍ਰੋਧ ਅਤੇ ਲੋਭ ਨੇ ਸਾਰਿਆਂ ਤੇ ਹੀ ਕਬਜ਼ਾ ਕਰ ਲਿਆ ਹੈ। ਤਾਹਾਂ ਵੀਰ ਬੰਕੈ ਬਕੈ ਆਪ ਮੱਦੰ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਫਿਰ ਇਹਨਾਂ ਦੋਵਾਂ ਦੇ ਅੰਦਰ ਜਿਹੜਾ ਯੁੱਧ ਆਰੰਭ ਹੋ ਗਿਆ ਨਾ, ਯੁੱਧ ਦਾ ਦ੍ਰਿਸ਼ ਸਤਿਗੁਰੂ ਇੱਥੇ ਵਰਣਨ ਕਰ ਰਹੇ ਹਨ, ਬਖਸ਼ਿਸ਼ ਕਰਦੇ ਫਰਮਾ ਰਹੇ ਹਨ। ਤਹਾਂ ਵੀਰ ਬੰਕੈ, ਜਿਹੜੇ ਵੀਰ ਸੂਰਬੀਰ ਯੋਧੇ, ਬੰਕੈ ਨੌਜਵਾਨ, ਬਕੈ ਆਪ ਮੱਦੰ, ਆਪੋ ਵਿੱਚ ਹੀ ਇਸ ਪ੍ਰਕਾਰ ਲਲਕਾਰੇ ਮਾਰ ਰਹੇ ਹਨ। ਉੱਠੇ ਸ਼ਸਤਰ ਲੈ ਲੈ ਮਚਾ ਜੁੱਧ ਸੁਦੰ। ਉੱਠੇ ਸ਼ਸਤਰ ਲੈ ਲੈ, ਅਤੇ ਸ਼ਸਤਰ ਕਿਰਪਾਨਾਂ ਲੈ ਲੈ ਕਰਕੇ ਉੱਠ ਰਹੇ ਹਨ ਯੁੱਧ ਨੂੰ ਜਾਣ ਲਈ, ਤੇ ਮਚਾ ਜੁੱਧ ਸੁਦੰ, ਫਿਰ ਇਸ ਪ੍ਰਕਾਰ ਜਿਹੜਾ ਯੁੱਧ ਹੈ ਉਹ ਮਚਿਆ ਆਰੰਭ ਹੋ ਗਿਆ। ਕਹੂੰ ਖਪਰੀ ਖੋਲ ਖੰਡੈ ਭਾਰੰ। ਕਹੂੰ, ਜਿਹੜੇ ਕਈ ਸੂਰਬੀਰ ਯੋਧੇ ਖਪਰੀ ਤੀਰ ਲੈ ਕਰਕੇ, ਖੋਲ ਟੋਪੀਆਂ ਪਹਿਨ ਕਰਕੇ, ਅਤੇ ਖੰਡੇ ਲੈ ਕਰਕੇ, ਤੇ ਅਪਾਰੰਗ ਬੇਅੰਤ ਹੀ ਸ਼ਸਤਰ ਲੈ ਕਰਕੇ ਤੇ ਜੰਗ ਮੈਦਾਨੇ ਵਿੱਚ ਪਹੁੰਚ ਗਏ। ਨੱਚੇ ਵੀਰ ਬਤਾਲ ਡੌਰ ਡਕਾਰੰ। ਜਿਹੜੇ ਸ਼ਿਵ ਜੀ ਦੇ ਵੀਰ ਆਖੇ ਜਾਂਦੇ ਹਨ, ਉਹਨਾਂ ਨੇ ਉਸਨੇ ਇਸ ਪ੍ਰਕਾਰ ਨੱਚਣਾ ਕੀਤਾ, ਬੇਤਾਲ ਜਿਹੜੇ ਭੂਤਾਂ ਦੀ ਤਰ੍ਹਾਂ, ਅਤੇ ਡੌਰੂ ਡਕਾਰੰ, ਅਤੇ ਜਿਹੜੇ ਡੌਰੂ ਉੱਥੇ ਜੰਗ ਮੈਦਾਨ ਵਿੱਚ ਖੜਕ ਪਏ। ਇਹ ਸਤਿਗੁਰਾਂ ਨੇ ਬਖਸ਼ਿਸ਼ ਕਰ ਰਹੇ ਹਨ, ਜੋ ਜੰਗ ਦਾ ਦ੍ਰਿਸ਼ ਪੇਸ਼ ਕਰ ਰਹੇ ਹਨ। ਇਹ ਆਪਾਂ ਸੰਖੇਪ ਦੇ ਅੰਦਰ ਹੀ ਇਸ ਦੇ ਦਰਸ਼ਨ ਕਰਨੇ ਹਨ। ਸਤਿਗੁਰੂ ਹੁਣ 19ਵੀਂ ਪੌੜੀ ਵਿੱਚ ਕੀ ਬਖਸ਼ਿਸ਼ ਕਰ ਰਹੇ ਹਨ?
ਤੁਰੀ ਸੰਖ ਬਾਜੇ ਮਹਾਬੀਰ ਸਾਜੇ। ਰਸਾਵਲ ਛੰਦ ਦੇ ਅੰਦਰ ਸਤਿਗੁਰੂ ਫਰਮਾਉਂਦੇ ਤੁਰੀ ਸੰਖ ਬਾਜੇ, ਤੂਤੀਆਂ ਤੇ ਸੰਖ ਫਿਰ ਰਣ ਮੈਦਾਨ ਅੰਦਰ ਵੱਜ ਪਏ। ਨਚੇ ਤੁੰਦ ਤਾਜੀ ਮਹਾਬੀਰ ਸਾਜੇ, ਅਤੇ ਮਹਾਬੀਰ ਯੋਧੇ ਜਿਹੜੇ ਸੱਜ ਕੇ ਫਿਰ ਜੰਗ ਨੂੰ ਸ਼ਸਤਰਾਂ ਦੇ ਨਾਲ ਐ ਲੈਸ ਹੋ ਕਰਕੇ ਜੰਗ ਵਿੱਚ ਪਹੁੰਚੇ। ਨਚੇ ਤੁੰਦ ਤਾਜੀ ਨੱਚੇ ਤੁੰਦ ਤਾਜੀ, ਜਿਹੜੇ ਤੁੰਜ ਤੇਜ ਤਰਾਰ ਜਿਹੜੇ ਘੋੜੇ ਸਨ ਉਹ ਜੰਗ ਮੈਦਾਨ ਵਿੱਚ ਨੱਚਣਾ ਆਰੰਭ ਹੋ ਗਏ। ਮੱਚੇ ਸੂਰ ਗਾਜੀ ਮੱਚੇ ਸੂਰਬੀਰ, ਜਿਹੜੇ ਗਾਜੀ ਸੂਰਬੀਰ ਯੋਧੇ ਹਨ ਉਹ ਮੱਚੇ ਜੰਗ ਦੇ ਅੰਦਰ ਉਹ ਜੂਝਣ ਲੱਗ ਪਏ। ਝਿਮੀ ਤੇਜ ਤੇਗੰ ਮਨੋ ਬਿਜ ਬੇਗੰ। ਝਿਮੀ ਤੇਜ ਤੇਗੰ, ਜਿਹੜੀ ਤੇਗਾਂ ਦੀ ਲਿਸ਼ਕਾਰ ਇਸ ਪ੍ਰਕਾਰ ਨਾਲ ਲਿਸ਼ਕ ਪੈ ਰਹੀ ਹੈ, ਇਸ ਪ੍ਰਕਾਰ ਨਾਲ ਤੇਗਾਂ ਇਤਨੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਹਨ। ਮਨੋ ਬਿਜ ਬੇਗੰ, ਜਿਹੜੀ ਬਿਜਲੀ ਹੈ ਮਾਨੋ ਬਿਜਲੀ ਦੀ ਤਰ੍ਹਾਂ ਉਹ ਵੇਗ ਉਹਨਾਂ ਦਾ ਚੱਲ ਰਿਹਾ ਹੈ, ਬਿਜਲੀ ਦੀ ਤਰ੍ਹਾਂ ਚੱਲਦੀਆਂ ਪ੍ਰਤੀਤ ਹੋ ਰਹੀਆਂ ਹਨ। ਉਠੈ ਨਦ ਨਾਦੰ ਧੁਨ ਨਿਰਭ ਖਾਦੰ। ਉਠੈ ਨਦ ਨਾਦੰ, ਨਦ ਜਿਹੜੇ ਧੌਂਸੇ ਨਦ ਨਗਾਰੇ, ਇਹ ਜੋ ਉਹਨਾਂ ਦੀ ਗੂੰਜ ਜਿਹੜੀ ਰਣ ਮੈਦਾਨ ਵਿੱਚ ਪੈ ਰਹੀ ਹੈ। ਧੁਨੰ ਨਿਰਭਿਖਾਦੰ, ਤੇ ਨਿਰਭਿਖਾਦੰ ਇੱਕ ਰਸ ਇਹਨਾਂ ਦੀ ਧੁਨੀ ਆ ਰਹੀ ਹੈ। ਟੁੱਟੈ ਖੱਗ ਖੋਲੰਗ ਮੁਖ ਮਾਰ ਬੋਲੰ। ਟੁੱਟੈ, ਜਿਹੜੇ ਖੱਗ ਜਿਹੜੀਆਂ ਕਿਰਪਾਨਾਂ ਅਤੇ ਖੋਲੰਗ ਜਿਹੜੇ ਟੋਪ ਪਹਿਨੇ ਸਨ ਉਹ ਟੁੱਟ ਰਹੇ ਹਨ। ਮੁਖੰ ਮਾਰ ਬੋਲੰ, ਮੁਖ ਤੋਂ ਮੂੰਹ ਤੋਂ ਮਾਰ ਲੋ ਹੀ ਬੋਲ ਰਹੇ ਹਨ, ਉਚਾਰ ਰਹੇ ਹਨ। ਧੱਕਾ ਧੀਰ ਧੱਕੰ ਧੱਕਾ ਤੀਰ, ਇਹ ਜੰਗ ਮੈਦਾਨ ਅੰਦਰ ਧੱਕਾ ਮੁੱਕੀਆਂ, ਧੱਕੇ ਇੱਕ ਦੂਜੇ ਨੂੰ ਵੱਜ ਰਹੇ ਹਨ। ਗਿਰੇ ਹੱਕ ਬੱਕੰ ਅਤੇ ਯੋਧੇ ਜਿਨ੍ਹਾਂ ਦੇ ਫਿਰ ਸ਼ਸਤਰ ਵੱਜ ਜਾਂਦੇ ਹਨ ਉਹ ਫਿਰ ਹੱਕੇ ਬੱਕੇ ਹੋ ਕਰਕੇ ਜੰਗ ਦੇ ਅੰਦਰ ਡਿੱਗ ਰਹੇ ਹਨ। ਦਲ ਦੀਹ ਗਾਹੰ ਦਲੰਗ ਦੀਹ ਗਾਹੰ, ਜਿਹੜੇ ਦਲ ਹਨ ਸੂਰਬੀਰਾਂ ਦੇ ਉਹ ਦੀਹ ਗਾਹੰ, ਉਹ ਗਾ ਕੇ ਦਲਾਂ ਨੂੰ ਉੱਪਰ ਗਾ ਕੇ ਦਰੜ ਮਰੜ ਕੇ ਜਾ ਰਹੇ ਹਨ। ਅਦੋ ਅੰਗ ਲਾਹੰ ਅੱਧੋ ਅੰਗ ਲਾਹੰ, ਇਹ ਅੱਧੋ ਵੱਧ ਟੋਟੇ ਕਰਕੇ ਇੱਕ ਦੂਸਰੇ ਨੂੰ ਸਿੱਟ ਰਹੇ ਹਨ। ਪ੍ਰਯੋਗੰ ਪ੍ਰਹਾਰੰ ਪ੍ਰਹਾਰੰ, ਜਿਹੜੇ ਕੁਹਾੜੇ ਅਤੇ ਗੜਾਸੇ ਹਨ ਉਹਨਾਂ ਦੇ ਨਾਲ ਪ੍ਰਹਾਰ ਮਾਰ ਕਰ ਰਹੇ ਹਨ। ਬੱਕੇ ਮਾਰ ਮਾਰੰ, ਇਹ ਮੂੰਹ ਤੋਂ ਮਾਰ ਲੋ ਹੀ ਉਚਾਰ ਰਹੇ ਹਨ। ਨਦੀ ਰਕਤ ਪੂਰੰ। ਸਤਿਗੁਰੂ ਫਰਮਾਉਂਦੇ ਕਿ ਇਸ ਤਰੀਕੇ ਨਾਲ ਯੁੱਧ ਹੋਇਆ ਕਿ ਰਕਤ ਪੂਰੰ, ਜਿਹੜੀ ਰਕਤ ਖੂਨ ਦੇ ਨਾਲ ਨਦੀ ਹੀ ਭਰ ਗਈ, ਨਦੀਆਂ ਹੀ ਖੂਨ ਦੀਆਂ ਵਹਿ ਉੱਠੀਆਂ। ਫਿਰੀ ਗੈਨ ਹੂਰੰ ਗੈਣ, ਅਸਮਾਨ ਦੇ ਅੰਦਰ ਹੂਰਾਂ ਫਿਰ ਇਸ ਤਰੀਕੇ ਨਾਲ ਫਿਰਨ ਲੱਗ ਪਈਆਂ। ਗਜੇ ਗੈਨ ਕਾਲੀ ਗੈਣ, ਅਸਮਾਨ ਦੇ ਅੰਦਰ ਜਿਹੜੀ ਕਾਲੀ ਦੇਵੀ ਹੈ ਉਹ ਵੀ ਇਸ ਪ੍ਰਕਾਰ ਗੱਜ ਰਹੀ ਹੈ। ਹਸੀ ਖਪਰਾਲੀ ਹਸੀ ਖਪਰਾਲੀ, ਜਿਹੜੀ ਖਪਰਾਲੀ ਜੋਗਣੀਆਂ ਹਨ ਉਹ ਵੀ ਇਸ ਪ੍ਰਕਾਰ ਨਾਲ ਹੜਾ ਕੇ ਹੱਸ ਰਹੀਆਂ ਹਨ। ਛਪੈ ਛੰਦ ਜਿਨ ਸੂਰਨ ਸੰਗਰਾਮ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਆਪਾਂ ਸੰਖੇਪ ਰੂਪ ਵਿੱਚ ਹੀ ਇਸ ਜੰਗ ਦੇ ਦਰਸ਼ਨ ਕੀਤੇ ਹਨ। ਅੰਤ ਦੇ ਉੱਪਰ ਜੋ ਸਤਿਗੁਰੂ ਫਿਰ ਇਹ ਜੋ ਜੰਗ ਦਾ ਅੰਤ ਹੋਇਆ ਛਪੈ ਛੰਦ ਅੰਦਰ ਸਤਿਗੁਰ ਫਰਮਾ ਰਹੇ ਹਨ, ਜਿਨ ਸੂਰਨ ਸੰਗਰਾਮ, ਜਿਨ੍ਹਾਂ ਸੂਰਬੀਰ ਯੋਧਿਆਂ ਨੇ ਸੰਗਰਾਮ ਯੁੱਧ ਦੇ ਅੰਦਰ ਸਬਲ ਸਹੂਮ ਹਵੈ ਮੰਡਿਓ। ਸਬਲ ਇਹ ਸਹਿਤ ਬਲ ਦੇ ਪੂਰੇ ਜ਼ੋਰ ਦੇ ਨਾਲ ਸਾਮੂਹ ਹਵੈ ਮੰਡਿਓ, ਸਨਮੁਖ ਹੋ ਕਰਕੇ ਸਾਹਮਣੇ ਹੋ ਕਰਕੇ ਜਿਹੜੇ ਮੰਡਿਓ ਲੜੇ। ਤਿੰਨ ਸਭ ਟੁਨ ਤੇ ਏਕ ਕਾਲ ਕਉ ਜੀਤ ਨਾ ਛੱਡਿਓ। ਤਿੰਨ ਸੁਭਟਨ ਤੇ ਏਕ ਕਾਲ, ਉਹਨਾਂ ਸੁਭਟਨ ਸੂਰਬੀਰ ਯੋਧਿਆਂ ਨੂੰ ਇੱਕ ਕਾਲ ਉਸ ਪਰਮੇਸ਼ਰ ਨੇ ਕਾਲ ਨੇ ਕੋਈ ਜੀਅਤ ਨਾ ਛੱਡਿਓ, ਕੋਈ ਵੀ ਜਿਉਂਦਾ ਨਹੀਂ ਛੱਡਿਆ। ਜਿਹੜੇ ਰਣ ਮੈਦਾਨ ਵਿੱਚ ਆਏ ਜੂਝੇ ਉਹ ਸਾਰੇ ਹੀ ਸ਼ਹੀਦ ਹੋ ਗਏ। ਸਭ ਖੱਤਰੀ ਖੱਗ ਖੰਡ, ਸਾਰੇ ਜਿਹੜੇ ਖੱਤਰੀ ਯੋਧੇ ਸਨ ਉਹ ਖੱਗ ਖੰਡ ਕਿਰਪਾਨਾਂ ਅਤੇ ਟੋਪਾਂ ਦੇ ਸਹਿਤ ਖੇਤ ਭੂ ਮੰਡਪ ਅਹੁੱਟੇ। ਖੇਤ ਭੂ ਮੰਡਲ, ਰਣ ਮੈਦਾਨ ਦੇ ਅੰਦਰ ਅਹੁੱਟੇ ਜਿਹੜੇ ਉਹ ਡਿੱਗੇ ਪਏ ਹਨ। ਜਿਹੜੇ ਸਾਰ ਧਾਰ ਧਰ ਧੂਮ ਮੁਕਤ ਬੰਧਨ ਤੇ ਛੂਟੇ। ਅਤੇ ਜਿਹੜੇ ਸਾਰ ਧਾਰ, ਜਿਹੜੇ ਸ਼ਸਤਰਾਂ ਦੀ ਧਾਰ ਨੂੰ ਸਹਾਰਦੇ ਹੋਏ, ਸ਼ਸਤਰਾਂ ਦੇ ਵਾਰ ਨੂੰ ਸਹਾਰਦੇ ਹੋਏ, ਅਤੇ ਧੂਮ ਮੁਕਤ, ਧੂਏ ਤੋਂ ਰਹਿਤ, ਜਿਹੜੀ ਧਰ ਧੂਮ, ਜਿਹੜੀ ਧੂਏ ਤੋਂ ਰਹਿਤ ਅੱਗ ਸੀ, ਜਿਹੜੇ ਸ਼ਸਤਰਾਂ ਤੋਂ ਚੰਗਿਆੜੇ ਨਿਕਲਦੇ ਸਨ ਉਹਨਾਂ ਨੂੰ ਸਹਾਰਦੇ ਹੋਏ ਬੰਧਨ ਤੇ ਛੂਟੇ। ਉਹ ਫਿਰ ਅੰਤ ਨੂੰ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਇਸ ਜੀਵਨ ਦੇ ਬੰਧਨ ਤੋਂ ਛੁੱਟ ਕੇ ਉਹ ਮੁਕਤ ਹੋ ਗਏ। ਹਵੈ ਢੂਕ ਢੂਕ ਜੂਝੈ ਸਭੈ। ਹਵੈ ਟੁਕ ਜੂਝੈ ਸਭੈ, ਟੁਕ ਹੋ ਗਏ, ਟੋਟੇ ਉਸ ਰਣ ਮੈਦਾਨ ਵਿੱਚ ਹੋ ਗਏ। ਪਾਵਨਾ ਪਾਛੈ ਡਾਰੀਆਂ, ਪਰ ਉਹਨਾਂ ਨੇ ਪਾਵਨਾ ਪਾਛੈ, ਪਿੱਛੇ ਪੈਰ ਨਹੀਂ ਪੱਟਿਆ, ਉਹ ਰਣ ਦੇ ਅੰਦਰ ਜੂਝ ਕੇ ਟੋਟੇ ਹੋ ਗਏ। ਜੈਕਾਰ ਅਪਾਰ ਸੁਧਾਰ ਹੋ।
ਇਸ ਪ੍ਰਕਾਰ ਨਾਲ ਜੈਕਾਰੇ ਹੋਏ, ਫਿਰ ਜਿਸ ਸਮੇਂ ਉਹ ਸ਼ਹੀਦ ਹੋ ਗਏ, ਜੈਕਾਰੇ ਗੂੰਜੇ ਅਸਮਾਨ ਅੰਦਰ, ਅਥਵਾ ਜੈਕਾਰ ਅਪਾਰ ਸੁਧਾਰ ਹੋਣ, ਉਹ ਜੈਕਾਰੇ ਲਾਉਂਦੇ ਹੋਏ, ਜੈ ਜੈਕਾਰਾਂ ਕਰਦੇ ਹੋਏ ਸ਼ਹੀਦ ਹੋਏ। ਬਾਸਵ ਲੋਕ ਸਿਧਾਰੀਆਂ ਅਤੇ ਬਾਸਵ ਜਿਹੜੇ ਸੁਰਗ ਲੋਕ ਅੰਦਰ, ਸੁਰਗ ਲੋਕ ਨੂੰ ਇਹ ਸਿਧਾਰ ਗਏ, ਚਲੇ ਗਏ, ਸ਼ਹੀਦ ਹੋ ਗਏ। ਚੌਪਈ ਇਹ ਬਿੱਦ ਮਚਾ ਘੋਰ ਸੰਗਰਾਮਾ। ਸਤਿਗੁਰੂ ਫਰਮਾਉਂਦੇ ਹਨ ਹੁਣ ਵੀ ਇਸ ਪ੍ਰਕਾਰ ਦੇ ਨਾਲ ਜਿਹੜਾ ਯੁੱਧ ਸੰਗਰਾਮ ਸੀ ਮਚਿਆ, ਇਹ ਲੜਿਆ ਗਿਆ। ਸਿੱਧੇ ਸੂਰ ਸੂਰਤ ਕੇ ਧਾਮਾ। ਸਿੱਧੇ ਸੂਰ, ਸੂਰ ਕੇ ਧਾਮਾ, ਜਿਹੜੇ ਸੂਰਮੇ ਸੀ ਯੁੱਧ ਦੇ ਅੰਦਰ ਸ਼ਹੀਦ ਹੋਏ, ਉਹ ਸੂਰ ਕੇ ਧਾਮਾ, ਸੂਰਮਿਆਂ ਦਾ ਧਾਮ ਜਿਹੜਾ ਦੇਵ ਲੋਕ ਸੁਰਗ ਲੋਕ ਹੈ, ਉਸ ਨੂੰ ਸਿਧਾ ਗਏ, ਚਲੇ ਗਏ। ਕਹਾ ਲਗੈ ਵਹਿ ਕਥੋਂ ਲੜਾਈ। ਸਤਿਗੁਰੂ ਫਰਮਾਦੇ ਮੈਂ ਕਿੱਥੋਂ ਤੱਕ ਇਹ ਜਿਹੜੀ ਲੜਾਈ ਇਹਨਾਂ ਦੋਵਾਂ ਭਰਾਵਾਂ ਦੇ ਅੰਦਰ ਹੋਈ, ਮੈਂ ਕਿੱਥੋਂ ਕੁ ਤੱਕ ਬਖਿਆਨ ਕਰਕੇ ਦੱਸ ਸਕਦਾ ਹਾਂ। ਜਿਹੜੀ ਸੋਢੀਆਂ ਦੇ ਅੰਦਰ ਜੋ ਲੜਾਈ ਹੋਈ, ਆਪਨ ਪ੍ਰਭਾ ਨਾ ਬਰਨੀ ਜਾਈ। ਆਪਨ ਪ੍ਰਭਾ, ਆਪਣੀ ਜਿਹੜੀ ਪ੍ਰਭਤਾ ਹੈ ਉਹ ਵਰਨ ਕਰਕੇ ਦੱਸੀ ਨਹੀਂ ਜਾ ਸਕਦੀ, ਕਿਉਂਕਿ ਆਪਨ ਪ੍ਰਭਾ ਇਹ ਜਿਹੜੀ ਸੋਢ ਵੰਸ਼ ਦੀ ਜਿਹੜੀ ਕਥਾ ਹੈ ਨਾ, ਸਤਿਗੁਰੂ ਕਹਿੰਦੇ ਵੀ ਆਪਦੀ ਕਥਾ ਸਾਡੀ ਹੈ, ਇਹ ਇਸ ਪ੍ਰਕਾਰ ਨਾਲ ਆਪਦੇ ਮੁਖੋਂ ਨਹੀਂ ਵਡਿਆਈ ਕਰਕੇ ਦੱਸੀ ਜਾ ਰਹੀ। ਭੁਜੰਗ ਪ੍ਰਿਆਤ ਛੰਤ ਲਵੀ ਸਰਬ ਜੀਤੈ ਕੁਸੀ ਸਰਬ ਹਾਰੇ। ਸਤਿਗੁਰੂ ਇੱਥੇ ਹੁਣ ਫਰਮਾਉਂਦੇ ਹਨ ਕਿ ਜੰਗ ਦਾ ਜਿਹੜਾ ਅੰਤ ਹੋਇਆ, ਤੇ ਅੰਤ ਦੇ ਵਿੱਚ ਫਿਰ ਜਿਹੜੇ ਲਵੀ ਸਰਬ ਜੀਤੇ, ਜਿਹੜੇ ਲਾਹੌਰ ਤੋਂ ਕੱਢੇ ਗਏ ਸਨ, ਲਵੀ ਦੇ ਜਿਹੜੇ ਸਪੁੱਤਰ, ਇਹਨਾਂ ਨੇ ਵਾਪਸ ਫਿਰ ਆਪਣੇ ਲਾਹੌਰ ਉੱਤੇ ਕਬਜ਼ਾ ਕਰ ਲਿਆ, ਇਹ ਜਿੱਤ ਗਏ। ਅਤੇ ਕੁਸੀ ਸਭ ਹਾਰੇ, ਜਿਨ੍ਹਾਂ ਨੇ ਇਹਨਾਂ ਲਾਹੌਰ ਵਾਸੀ ਨੂੰ ਉੱਥੋਂ ਕੱਢ ਦਿੱਤਾ ਸੀ, ਕਬਜ਼ਾ ਕਰ ਲਿਆ ਸੀ, ਉਹ ਸਾਰੇ ਹਾਰ ਗਏ। ਤੇ ਇਹਨਾਂ ਨੂੰ ਫਿਰ ਲਾਹੌਰ ਤੇ ਇਹ ਕਸੂਰ ਦੋਵੇਂ ਹੀ ਉਹਨਾਂ ਨੂੰ ਦੇਣੇ ਪਏ, ਤੇ ਆਪ ਫਿਰ ਉੱਥੋਂ ਚਲੇ ਗਏ, ਹਾਰ ਗਏ। ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ। ਜਿਹੜੇ ਕੁਸੀਆਂ ਦੀ ਵੰਸ਼ ਵਾਲੇ ਜਿਹੜੇ ਇਹਨਾਂ ਦੇ ਪੁੱਤਰ ਜਿੰਨੇ ਵੀ ਬਚੇ, ਉਹ ਪ੍ਰਾਣ ਲੈ ਕੇ ਸਿਧਾਰੇ, ਆਪਣੇ ਸਾਹ ਬਚੇ ਜਿਨ੍ਹਾਂ ਦੇ, ਉਹ ਸਿਧਾ ਗਏ, ਵਾਪਸ ਚਲੇ ਗਏ, ਲਾਹੌਰ ਛੱਡ ਦਿੱਤਾ। ਚਤੁਰ ਬੇਦ ਪਠਿਯੰ ਕੀਓ ਕਾਸ ਬਾਸੰ। ਅਤੇ ਜਿਹੜੇ ਹਾਰ ਗਏ ਸਨ ਕੁਸੂ ਦੇ ਸਪੁੱਤਰ, ਇਹ ਫਿਰ ਇਹਨਾਂ ਨੇ ਜਾ ਕਰਕੇ ਕਾਂਸ਼ੀ ਵਿੱਚ, ਕਾਸ ਬਾਸੰ, ਕਾਂਸੀ ਵਿੱਚ ਵਾਸ ਕਰ ਲਿਆ, ਉੱਥੇ ਰਹਿਣ ਲੱਗ ਪਏ। ਉੱਥੇ ਜਾ ਕਰਕੇ ਜਿਹੜੇ ਚਤੁਰ ਬੇਦ ਪਠਿਯੰ, ਜਿਹੜੇ ਚਾਰਾਂ ਵੇਦਾਂ ਦਾ, ਫਿਰ ਉੱਥੇ ਇਹ ਪਾਠ ਕਰਨ ਲੱਗ ਪਏ। ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ। ਘਣੇ ਬਰਖ, ਬਹੁਤ ਸਾਲ ਇਹਨਾਂ ਨੇ ਉੱਥੇ ਵਾਸਾ ਕੀਤਾ, ਬੜੇ ਸਾਲ ਉੱਥੇ ਕਾਂਸੀ ਦੇ ਅੰਦਰ ਇਹਨਾਂ ਨੇ ਵਾਸ ਰੱਖਿਆ। ਇੱਥੇ ਸਤਿਗੁਰਾਂ ਨੇ ਫਿਰ 8 ਸ੍ਰੀ ਬਚਿੱਤਰ ਨਾਟਕ ਗ੍ਰੰਥ ਲਵੀ ਕੁਸੀ ਯੁੱਧ ਵਰਣਨ ਨਾਮ ਤ੍ਰਿਤੀਆ ਅਧਿਆਏ ਸਮਾਪਤ ਮਸਤ ਸ਼ੁਭ ਮਸਤ ਅਫਜੂ। ਇੱਥੇ ਤੀਸਰਾ ਅਧਿਆਏ ਸਤਿਗੁਰਾਂ ਨੇ ਸੰਪੂਰਨ ਕੀਤਾ, ਜਿਹਦੇ ਅੰਦਰ ਲਵੀ ਤੇ ਕੁਸੀ ਦਾ ਜਿਹੜਾ ਯੁੱਧ ਹੋਇਆ ਸੀਗਾ, ਉਸ ਨੂੰ ਸਤਿਗੁਰਾਂ ਨੇ ਵਰਣਨ ਕੀਤਾ। ਆਪਾਂ ਸੰਖੇਪ ਰੂਪ ਅੰਦਰ ਇਹ ਜੰਗ ਯੁੱਧ ਦੇ ਜਿਹੜੇ ਦਰਸ਼ਨ ਕੀਤੇ, ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ। ਤੇ ਇਹ ਜਿਹੜਾ ਅੱਜ ਇਹ ਦੂਸਰਾ ਅਤੇ ਤੀਸਰਾ ਅਧਿਆਏ ਆਪਾਂ ਸੰਪੂਰਨ ਕੀਤਾ ਹੈ। ਇਸ ਦੇ ਅੰਦਰ ਸਤਿਗੁਰਾਂ ਨੇ ਜਿਸ ਪ੍ਰਕਾਰ ਨਾਲ ਸ੍ਰਿਸ਼ਟੀ ਦਾ ਆਰੰਭ ਹੋਇਆ, ਪਹਿਲਾ ਰਾਜਾ ਇਸ ਸ੍ਰਿਸ਼ਟੀ ਦਾ ਹੋਇਆ ਜੋ ਵਿਸ਼ਨੂੰ, ਅਤੇ ਉਸ ਤੋਂ ਅੱਗੇ ਫਿਰ ਇਹ 2 ਦੈਤ ਪੈਦਾ ਹੋਏ, ਮੱਧ ਕੀਟਪ, ਇਹਨਾਂ ਦੀ ਮਿੱਝ ਤੋਂ ਜੋ ਧਰਤੀ ਬਣੀ, ਧਰਤੀ ਤੋਂ ਅੱਗੇ 10 ਪ੍ਰਜਾਪਤ ਜੋ ਰਾਜਾ ਹੋਇਆ, ਇਸ ਦੇ ਅੱਗੇ ਪੁੱਤਰੀਆਂ ਇਸ ਨੇ ਵਿਆਹੀਆਂ, ਜੋ ਅੱਗੇ ਦੀ ਅੱਗੇ ਸਤਿਗੁਰਾਂ ਨੇ ਸਾਰੀ ਕਥਾ ਵਰਣਨ ਕੀਤੀ ਕਿ ਰਘੂ ਰਾਜਾ ਹੋਇਆ, ਰਘੂ ਰਾਜੇ ਤੋਂ ਅੱਗੋਂ ਜੋ ਚੱਲ ਕੇ ਰਾਮ ਅਤੇ ਲਵੂ ਕੁਸ਼ੂ ਇਹ ਪੈਦਾ ਹੋਏ। ਤੇ ਇਹਨਾਂ ਦੇ ਵਿੱਚ ਵਿਖਾਦ ਹੋਇਆ, ਜੰਗ ਹੋਈ, ਅਤੇ ਉਹਨਾਂ ਨੂੰ ਲਾਹੌਰ ਤੋਂ ਕੱਢਿਆ ਸੀ, ਸਨੌੜ ਜਾ ਕੇ ਵਸ ਗਏ। ਲਾਹੌਰ ਵਾਲੇ ਜਿਹੜੇ ਲਵੂ ਦੇ ਪੁੱਤਰ ਸਨ, ਉਹਨਾਂ ਨੇ ਫਿਰ ਇਹ ਸਨੌੜ ਦੇਸ਼ ਜਾ ਕਰਕੇ ਉੱਥੋਂ ਫਿਰ ਸੋਢੀਆਂ ਦੀ ਬੰਸ ਚੱਲੀ, ਉਸ ਦਾ ਸਤਿਗੁਰਾਂ ਨੇ ਵਰਣਨ ਕੀਤਾ। ਅਤੇ ਫਿਰ ਲਵੂ ਤੇ ਕੁਸ਼ੂ ਅੰਦਰ ਜਿਹੜਾ ਯੁੱਧ ਜੰਗ ਹੋਇਆ, ਉਸ ਨੂੰ ਸਤਿਗੁਰਾਂ ਨੇ ਵਰਣਨ ਕਰਕੇ ਤੇ ਅੰਤ ਤੇ ਦੱਸਿਆ ਵੀ ਜਿਹੜੇ ਲਵੀ ਸਭ ਜੀਤੇ, ਇਹ ਜਿਹੜੇ ਲਾਹੌਰ ਸ਼ਹਿਰ ਵਾਲੇ ਮੂਲ ਨਿਵਾਸੀ ਸਨ, ਇਹ ਜਿੱਤ ਗਏ ਤੇ ਇਹ ਰਾਜ ਕਰਨ ਲੱਗ ਪਏ। ਲਾਹੌਰ ਅਤੇ ਕਸੂਰ ਦੇ ਉੱਪਰ ਪੰਜਾਬ ਅੰਦਰ ਇਹ ਰਾਜ ਕਰਨ ਲੱਗ ਪਏ, ਜਿਹੜੇ ਲਵੀ ਦੇ ਪੁੱਤਰ ਸਨ। ਅਤੇ ਜਿਹੜੇ ਕੁਸ਼ੂ ਦੇ ਪੁੱਤਰ ਹਾਰ ਗਏ, ਉਹ ਫਿਰ ਇਹ ਲਾਹੌਰ ਤੇ ਕਸੂਰ ਛੱਡ ਕੇ ਅਤੇ ਕਾਂਸੀ ਵਿੱਚ ਜਾ ਕੇ ਰਹਿਣ ਲੱਗ ਪਏ, ਕਾਸ਼ੀ ਵਿੱਚ ਜਾ ਕੇ ਰਹਿਣ ਲੱਗ ਪਏ, ਅਤੇ ਉੱਥੇ ਜਾ ਕਰਕੇ ਇਹ ਵੇਦਾਂ ਦਾ ਪਾਠ ਕਰਨ ਲੱਗ ਪਏ। ਇਸ ਪ੍ਰਕਾਰ ਇਹ ਸਤਿਗੁਰਾਂ ਨੇ ਕਥਾ ਵਰਣਨ ਕੀਤੀ। ਅਤੇ ਆਉਣ ਵਾਲੇ ਦੀਵਾਨਾਂ ਅੰਦਰ ਜੋ ਅੱਗੇ ਜੋ ਚੌਥਾ ਅਧਿਆਇ ਆ ਰਿਹਾ ਹੈ, ਸਤਿਗੁਰਾਂ ਨੇ ਉਹ 'ਚ ਬਖਸ਼ਿਸ਼ ਕੀਤੀ, ਜਿਨ੍ਹਾਂ ਵੇਦ ਪਠਿਓ ਸੋ ਬੇਦੀ ਕਹਾਏ। ਫਿਰ ਇਹ ਜਿਹੜੀ ਬੇਦੀ ਕੁਲ ਦਾ ਆਰੰਭ ਹੋਇਆ ਨਾ, ਇਹ ਕੱਲ ਨੂੰ ਆਪਾਂ ਸਰਵਣ ਕਰਾਂਗੇ ਕਿ 3 ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਫਿਰ ਬੇਦੀਆਂ ਦੀ ਕੁਲ ਅੰਦਰ ਫਿਰ ਗੁਰੂ ਨਾਨਕ ਮਹਾਰਾਜ ਪ੍ਰਗਟ ਹੋਏ, ਪ੍ਰਕਾਸ਼ੇ। ਉਹ ਬੇਦੀਆਂ ਦੀ ਕੁਲ ਕਿਵੇਂ ਚੱਲੀ, ਉਹ ਸਤਿਗੁਰੂ ਕਾਲ ਦੇ ਦੀਵਾਨਾਂ ਅੰਦਰ ਬਖਸ਼ਿਸ਼ ਕਰਨਗੇ। ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸਾਰੀ ਸੰਗਤ ਦਾ ਧੰਨਵਾਦ।
ਵਡਭਾਗੇ ਹਾਂ ਜੋ ਇਹ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ, ਜੋ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਅਤੇ ਸਤਿਗੁਰਾਂ ਦਾ ਇਤਿਹਾਸ ਗੁਰਬਾਣੀ ਸਰਵਣ ਕਰ ਰਹੇ ਹਾਂ। ਵਡਭਾਗੇ ਹਾਂ ਸਤਿਗੁਰੂ ਬਖਸ਼ਿਸ਼ ਕਰਨ। ਅੱਜ ਇਤਨੇ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਕਥਾ ਕਰਦਿਆਂ, ਗੁਰਬਾਣੀ ਉਚਾਰਨ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਣਹਾਰ ਬਖਸ਼ ਲੈਣ ਅਤੇ ਇਸੇ ਤਰ੍ਹਾਂ ਉਦਮ ਬਖਸ਼ਿਸ਼ ਕਰਕੇ ਤੇ ਰਹਿੰਦੀ ਕਥਾ ਆਪ ਸੰਪੂਰਨ ਕਰਵਾ ਲੈਣ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਰੀ ਸਮਾਪਤੀ ਹੈ ਜੀ। ਲਵੀ ਸਰਬ ਜੀਤੇ ਕੁਸੀ ਸਰਬ ਹਾਰੇ, ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ। ਚਤੁਰਬੇਤ ਪਠਿਯੰ ਕੀਓ ਕਾਸ ਬਾਸੰਗ, ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।